सो पीडीसी ਵੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਇਸ ਵੇਲੇ ਦੱਸਦੇ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਪ੍ਰੈਸ ਕਾਨਫਰੰਸ ਜਿਹੜੀ ਹੈ ਕੀਤੀ ਜਾ ਰਹੀ ਹੈ। ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ, ਡਾਕਟਰ ਦਲਜੀਤ ਸਿੰਘ ਚੀਮਾ ਜਿਹੜੇ ਨੇ ਉਹ ਇਸ ਪ੍ਰੈਸ ਕਾਨਫਰੰਸ ਵਿੱਚ ਮੌਜੂਦ ਨੇ। ਸੋ ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਇੱਥੇ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ। ਸੋ ਕੀ ਕੁਝ ਮੁੱਦੇ ਨੇ सो प्रेस कॉन्फ्रेंस जी है हूं तो थोड़ी देर में शुरू होएगी। प्रोफैसर प्रेम सिंह चंदूमाजरा, डॉक्टर दलजीत सिंह चीमा ते तमाम होर आगू जिहड़े ने वो इस वेले नजर आ रहे ने। ਅੱਜ ਖੇਚਲ ਦਿੱਤੀ ਹੈ ਤੁਹਾਨੂੰ ਕਿ ਪੰਜਾਬ ਦੇ ਲੋਕਾਂ ਦੇ ਜਿਹੜੇ ਅਹਿਮ ਭਗਦੇ ਮਸਲੇ ਨੇ, ਜਿਹੜੀਆਂ ਮੁਸ਼ਕਲਾਂ ਨੇ, ਲੋੜਾਂ ਨੇ ਪੰਜਾਬ ਦੇ ਲੋਕਾਂ ਦੀਆਂ, ਉਹਨਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੀ ਜ਼ਿਲ੍ਹਾ ਪੱਧਰ ਦੀ ਜਿਹੜੀ ਲੀਡਰਸ਼ਿਪ ਆ ਉਹ 9 ਮਈ ਨੂੰ ਜ਼ਿਲ੍ਹਾ ਹੈੱਡਕੁਆਟਰਾਂ 'ਤੇ ਡਿਪਟੀ ਕਮਿਸ਼ਨਰ ਨੂੰ ਯਾਦ ਪੱਤਰ ਦੇਗੀ, ਜਿਹਦੇ ਵਿੱਚ ਖਾਸ ਤੌਰ 'ਤੇ ਜਿਹੜੇ ਮਸਲੇ ਨੇ, ਇੱਕ ਤਾਂ ਕਣਕ 'ਤੇ ਘੱਟ ਝਾੜ ਜਿਹੜਾ ਨਿਕਲਿਆ ਉਹ 'ਤੇ ਮੁਆਵਜ਼ਾ ਦੇਣ ਦਾ, ਦੂਜਾ ਬਿਜਲੀ ਦੇ ਕੱਟ ਲੱਗ ਰਹੇ ਨੇ, ਹਾਹਾਕਾਰ ਮਚੀ ਹੋਈ ਆ, ਚਾਰਾ ਸੁੱਕ ਰਿਹਾ, ਬਿਜਲੀ ਦੇ ਵਿੱਚ ਕੋਈ ਸੁਣਵਾਈ ਨਹੀਂ ਹੋ ਰਹੀ। ਤੀਜਾ ਅਮਨ ਕਾਨੂੰਨ ਦੀ ਜਿਹੜੀ ਸਿਚੁਏਸ਼ਨ ਆ ਪੰਜਾਬ ਦੀ, ਬਹੁਤ ਮੈਂ ਸਮਝਦਾ ਕਲੈਪਸ ਹੋ ਗਿਆ ਸਾਰਾ ਸਿਸਟਮ ਲਾ ਐਂਡ ਆਰਡਰ ਦਾ, ਬੜਾ ਚਿੰਤਾ ਵਾਲਾ। ਚੌਥਾ ਹੈ ਡੀਜ਼ਲ, ਪੈਟਰੋਲ ਤੇ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਵਾਧਾ ਹੋਈ ਜਾ ਰਿਹਾ, ਅੱਜ ਵੀ ਹੋ ਗਿਆ, ਰੋਜ਼ਾਨਾ ਹੀ ਹੋਈ ਜਾ ਰਿਹਾ। ਕੀਮਤਾਂ ਨੂੰ ਘਟਾਉਣ ਦਾ ਕੋਈ ਯਤਨ ਨਹੀਂ ਹੋ ਰਿਹਾ। ਪੰਜਵਾਂ ਅਹਿਮ ਮੁੱਦਾ ਜਿਹੜਾ MOU ਹੋਇਆ ਪੰਜਾਬ ਤੇ ਕੇਜਰੀਵਾਲ ਸਾਹਿਬ ਦੀ ਸਰਕਾਰ ਦੇ ਵਿਚਕਾਰ, ਉਹਦੇ ਸੰਬੰਧੀ ਭਾਵੇਂ ਗਵਰਨਰ ਪੰਜਾਬ ਨੂੰ ਅਸੀਂ ਦੇ ਕੇ ਵੀ ਆਏ ਮੈਮੋਰੈਂਡਮ, ਪਰ ਜ਼ਿਲ੍ਹਾ ਪੱਧਰ 'ਤੇ ਦੁਬਾਰਾ ਸਾਰੇ ਪੰਜਾਬ ਦੇ ਵਿੱਚ ਇਸ ਮੰਗ ਨੂੰ ਲੈ ਕੇ ਅਸੀਂ ਤੁਰਾਂਗੇ। ਭਾਵੇਂ 2 ਮਹੀਨੇ ਦਾ ਸਮਾਂ ਕਿਸੇ ਸਰਕਾਰ ਦੀ ਕਾਰਗੁਜ਼ਾਰੀ ਦੇ ਨਾਪ ਤੋਲ ਲਈ ਕੋਈ ਬਹੁਤਾ ਨਹੀਂ ਹੁੰਦਾ, ਪਰ ਇੱਕ ਗੱਲ ਮੈਂ ਕਹਿ ਸਕਦਾ ਕਿ ਇਹ ਸਰਕਾਰ ਨੇ 2 ਮਹੀਨਿਆਂ ਵਿੱਚ ਆਪਣੀ ਕਾਰਗੁਜ਼ਾਰੀ 'ਤੇ ਜਿਹੜੇ ਦਮਗਜੇ ਮਾਰੇ ਨੇ, ਜਿਹੜੇ ਛੋਟੇ ਕੰਮ ਨੂੰ ਚਮਕਾਉਣ ਦਾ ਰਾਈ ਦਾ ਪਹਾੜ ਬਣਾ ਕੇ ਪੇਸ਼ ਕਰਨ ਦੀ ਖੇਡ ਖੇਡੀ ਆ, ਉਹਦੀ ਅਸਲੀਅਤ ਲੋਕਾਂ ਸਾਹਮਣੇ ਜਗ ਜ਼ਾਹਰ ਕਰਨ ਲਈ ਅਸੀਂ ਮਜਬੂਰ ਹਾਂ। ਪਹਿਲਾ ਮੁੱਖ ਮੰਤਰੀ ਬਣਦਿਆਂ ਪਹਿਲੀ ਪਬਲਿਕ ਮੀਟਿੰਗ ਦੇ ਵਿੱਚ ਮਾਨਸਾ ਜਾ ਕੇ ਮਾਨਯੋਗ ਮੁੱਖ ਮੰਤਰੀ ਪੰਜਾਬ ਨੇ ਇੱਕ ਇਤਿਹਾਸਕ ਦਮਗਜਾ ਮਾਰਿਆ ਕਿ ਕੁਦਰਤੀ ਆਫਤਾਂ ਦੇ ਖਰਾਬੇ ਦੇ ਮੁਆਵਜ਼ੇ ਲਈ ਕਹਿੰਦੇ ਜੀ ਬਿਨਾਂ ਗਿਰਦਾਵਰੀ ਤੋਂ ਅੱਗੇ ਨੂੰ ਮੁਆਵਜ਼ਾ ਦਿੱਤਾ ਜਾਇਆ ਕਰੇਗਾ। ਇਹ ਮੁੱਖ ਮੰਤਰੀ ਸਾਹਿਬ ਦਾ ਇੱਕ ਹਿਸਟੋਰੀਕਲ ਦਮਗਜਾ ਸੀ। ਪਰ ਦੁੱਖ ਇਸ ਗੱਲ ਦਾ ਕਿ ਜਿਹੜੀ ਕਣਕ ਆ ਇਹ ਬਿਜਾਈ ਸਮੇਂ ਬਾਰਿਸ਼ ਹੋ ਗਈ, ਗਿਰਦਾਵਰੀਆਂ ਹੋਈਆਂ ਅਤੇ ਕਣਕ ਵੱਢ ਕੇ ਮੰਡੀਆਂ ਵਿੱਚ ਲਿਆ ਕੇ ਵਿਕ ਵੀ ਚੁੱਕੀ ਆ। ਅਜੇ ਬਾਰਿਸ਼ਾਂ ਨਾ ਹੋਏ, ਖਰਾਬੇ ਦੀਆਂ ਗਿਰਦੌਰੀਆਂ ਹੋਣ ਦੇ ਬਾਵਜੂਦ ਵੀ 5 ਰੁਪਏ ਕਿਸੇ ਨੂੰ ਮੁਆਵਜ਼ਾ ਨਹੀਂ ਦਿੱਤਾ ਗਿਆ। ਇਹ ਮੰਗ ਅਸੀਂ ਉਸ ਦਿਨ ਕਰਨੀ ਆ ਕਿ ਘੱਟੋ ਘੱਟ ਤੁਸੀਂ ਕਹਿੰਦੇ ਹੋ ਗਿਰਦੌਰੀਆਂ ਤੋਂ ਬਿਨਾਂ ਹੀ ਮੁਆਵਜ਼ਾ ਦੇ ਦੇਣਾ ਸੀ, ਗਿਰਦੌਰੀਆਂ ਹੋਣ ਤੋਂ ਬਾਅਦ ਵੀ ਮੁਆਵਜ਼ਾ ਨਹੀਂ ਦਿੱਤਾ ਗਿਆ। ਔਰ ਦੂਜੀ ਗੱਲ ਇਹ ਆ ਕਿ ਅੱਤ ਦੀ ਗਰਮੀ ਕਰਕੇ ਜਿਹੜਾ ਝਾੜ ਘੱਟ ਨਿਕਲਿਆ ਪੱਕਣ ਵੇਲੇ, 4 ਤੋਂ ਲੈ ਕੇ 8 ਕੁਆਂਟਲ ਪ੍ਰਤੀ ਏਕੜ ਝਾੜ ਘਟਿਆ, 10,000 ਪ੍ਰਤੀ ਏਕੜ ਘਾਟਾ ਪਿਆ ਪੰਜਾਬ ਦੇ ਕਿਸਾਨ ਨੂੰ ਲਗਭਗ। ਪਰ ਦੁੱਖ ਇਸ ਗੱਲ ਦਾ ਕਿ ਅੱਜ ਤੱਕ ਪੰਜਾਬ ਦੇ ਕਿਸੇ ਅਧਿਕਾਰੀ ਨੇ, ਕਿਸੇ ਮੰਤਰੀ ਨੇ
ਦਿੱਲੀ ਜਾ ਕੇ ਇਹਨੂੰ ਕੁਦਰਤੀ ਆਫਤ ਨੈਚੁਰਲ ਕਲੇਮਟੀ ਡਿਕਲੇਅਰ ਕਰਾਉਣ ਵਾਸਤੇ ਚਾਰਾਜੋਈ ਨਹੀਂ ਕੀਤੀ। ਜੇ ਜੱਜ ਕੋਲ ਵਕੀਲ ਨਹੀਂ ਜਾਏਗਾ ਤਾਂ ਫੈਸਲਾ ਕਿਵੇਂ ਹੋਏਗਾ? ਡਿਜ਼ਾਸਟਰ ਮੈਨੇਜਮੈਂਟ ਫੰਡਸ ਦੇ ਵਿੱਚੋਂ ਪੈਸੇ ਲੈਣ ਲਈ ਪੰਜਾਬ ਸਰਕਾਰ ਨੇ ਕੋਈ ਚਿੱਠੀ ਪੱਤਰ ਤੱਕ ਨਹੀਂ ਲਿਖਿਆ ਕੇਂਦਰ ਸਰਕਾਰ ਨੂੰ। ਸੋ ਅਸੀਂ ਇਹ ਯਾਦ ਪੱਤਰ ਵਿੱਚ ਇਹ ਗੱਲ ਜ਼ੋਰ ਨਾਲ ਕਹਿਣੀ ਆ ਕਿ ਘੱਟੋ ਘੱਟ 500 ਰੁਪਈਆ ਪ੍ਰਤੀ ਕੁਆਂਟਲ ਬੋਨਸ ਦੇ ਰੂਪ ਵਿੱਚ ਕੇਂਦਰ ਤੋਂ ਲੈਣ ਲਈ ਇਹ ਘੱਟ ਝਾੜ ਕਣਕ ਦਾ ਜਿਹੜਾ ਨਿਕਲਿਆ ਇਹਨੂੰ ਕੁਦਰਤੀ ਆਫਤ ਡਿਕਲੇਅਰ ਕਰਵਾ ਕੇ ਚਾਰਾਜੋਈ ਕੀਤੀ ਜਾਵੇ ਤੇ ਕੇਂਦਰ ਨੂੰ 500 ਰੁਪਈਆ ਪ੍ਰਤੀ ਕੁਆਂਟਲ ਬੋਨਸ ਦੇ ਰੂਪ ਵਿੱਚ ਦੇਣ ਲਈ ਘੱਟੋ ਘੱਟ ਪੰਜਾਬ ਸਰਕਾਰ 250 ਰੁਪਈਆ ਪ੍ਰਤੀ ਕੁਆਂਟਲ ਬੋਨਸ ਦੇ ਰੂਪ ਦੇ ਵਿੱਚ ਆਪਣੇ ਕੋਲੋਂ ਦੇਵੇ ਵੈਟ ਵਿੱਚੋਂ, ਜਿਹੜਾ ਲਗਭਗ 50 ਦਿਨਾਂ ਵਿੱਚ ਵਾਧੂ ਵੈਟ ਕਮਾਇਆ। ਵਾਧੂ ਕਮਾਏ ਵੈਟ ਦਾ ਜੇ 10ਵਾਂ ਹਿੱਸਾ ਵੀ ਪੰਜਾਬ ਦੇ ਕਿਸਾਨਾਂ ਵਿੱਚ ਬੋਨਸ ਦੇ ਰੂਪ ਵਿੱਚ ਵੰਡ ਦਿੱਤਾ ਜਾਵੇ ਤਾਂ ਕੇਂਦਰ ਤੋਂ 500 ਰੁਪਈਆ ਪ੍ਰਤੀ ਕੁਆਂਟਲ ਬੋਨਸ ਲੈਣ ਲਈ ਰਾਹ ਸੁਖਾਲਾ ਹੋ ਸਕੇਗਾ। ਇਹ ਮੰਗ ਅਸੀਂ ਯਾਦ ਪੱਤਰ ਜਦੋਂ ਦੇਣਾ ਉਹਦੇ 'ਚ ਅਸੀਂ ਕਰਨੀ ਆ। ਔਰ ਸਾਨੂੰ ਅਫਸੋਸ ਆ ਕਿ ਕਿਸਾਨ ਜਿਹੜਾ ਇਹ ਜਿਹੜਾ ਝਾੜ ਘੱਟ ਨਿਕਲਿਆ ਇਹਦੇ ਕਰਕੇ ਕੋਈ ਆੜਤੀ ਪੈਸਾ ਨਹੀਂ ਦੇ ਰਿਹਾ, ਰਿਸ਼ਤੇਦਾਰ ਕੋਈ ਪੈਸਾ ਦੇਣ ਨੂੰ ਤਿਆਰ ਨਹੀਂ, ਅੱਗੇ ਨੂੰ ਜ਼ਮੀਨਾਂ ਜਿਹੜੀਆਂ ਕੋਈ ਠੇਕੇ 'ਤੇ ਲੈਣ ਨੂੰ ਤਿਆਰ ਨਹੀਂ। ਔਰ ਵੱਡੀ ਗੱਲ ਆ ਕਿ ਸ਼ਾਹੂਕਾਰਾਂ ਦੇ ਪੰਜੇ ਤੋਂ ਛਡਾਉਣ ਲਈ ਇਸ ਸੂਬੇ ਵਿੱਚ ਜਿਹੜੀ ਸਹਿਕਾਰੀ ਲਹਿਰ ਚੱਲੀ ਸੀ ਉਹ ਸਹਿਕਾਰੀ ਲਹਿਰ ਨੂੰ ਇੱਕ ਕਿਸਮ ਦਾ ਕਲੈਪਸ ਕਰਿਆ ਜਾ ਰਿਹਾ। ਨਬਾਰਡ ਵੱਲੋਂ ਸਹਿਕਾਰੀ ਬੈਂਕਾਂ ਨੂੰ ਪੈਸਾ ਦੇਣਾ ਹੀ ਬੰਦ ਕਰਤਾ ਔਰ ਤਰਕ ਦਿੱਤਾ ਜਾ ਰਿਹਾ, ਕਹਿੰਦੇ ਜੀ ਜਿਹੜੇ ਸਹਿਕਾਰੀ ਬੈਂਕ ਨੇ ਉਹ ਫੇਲ ਹੋ ਗਏ, ਉਹ ਕਰਜ਼ਈ ਹੋ ਗਏ। ਜਦੋਂ ਸੱਚ ਇਹ ਆ, ਜੇ ਸੱਚ ਸੁਣਾਇਆ ਜਾਵੇ ਤਾਂ ਕੋਈ ਜਵਾਬ ਨਹੀਂ ਨਬਾਰਡ ਦੇ ਕੋਲ। 1350 ਕਰੋੜ ਰੁਪਈਆ ਨਬਾਰਡ ਤੋਂ ਲਿਆ ਪੰਜਾਬ ਦੇ ਸਹਿਕਾਰੀ ਬੈਂਕਾਂ ਨੇ, ਜਦੋਂ ਕਿ ਸਹਿਕਾਰੀ ਬੈਂਕਾਂ ਕੋਲ 20,000 ਕਰੋੜ ਦੀਆਂ ਤਾਂ ਜ਼ਮੀਨਾਂ ਗਹਿਣੇ ਰੱਖੀਆਂ ਹੋਈਆਂ ਕਿਸਾਨਾਂ ਦੀਆਂ। 3250 ਕਰੋੜ ਰੁਪਈਆ ਕਿਸਾਨਾਂ ਤੋਂ ਲੈਣਾ ਰਿਕਵਰੀ ਦੇ ਰੂਪ ਦੇ ਵਿੱਚ ਬੈਂਕਾਂ ਨੇ, ਤੇ ਬੈਂਕ ਕਰਜ਼ਈ ਕਿੱਥੋਂ ਹੋ ਗਏ, ਬੈਂਕ ਗਰੀਬ ਕਿੱਥੋਂ ਹੋ ਗਏ? ਪਰ ਉੱਥੇ ਕੋਈ ਦਲੀਲ ਦਿੰਦਾ ਨਹੀਂ, ਉੱਥੇ ਕੋਈ ਤਰਕ ਦਿੰਦਾ ਨਹੀਂ, ਉੱਥੇ ਕੋਈ ਜਾ ਕੇ ਚਾਰਾਜੋਈ ਕੋਈ ਨਹੀਂ ਕਰਦਾ। ਨਬਾਰਡ ਨੇ ਦੇ ਲੱਗੇ ਅੱਗੇ ਨੂੰ ਹੁਣ ਕਰਦਾ ਨਹੀਂ ਮਿਲ ਰਿਹਾ ਤੇ ਕਿਸਾਨ ਖੁਦਕਸ਼ੀਆਂ ਵੱਲ ਜਾ ਰਿਹਾ। ਔਰ ਅਫਸੋਸ ਇਸ ਗੱਲ ਦਾ ਕਿ ਅੱਜ ਤੱਕ ਪੰਜਾਬ ਦਾ ਇੱਕ ਵਜ਼ੀਰ ਜਾਂ ਰੂਲਿੰਗ ਪਾਰਟੀ ਦਾ ਇੱਕ ਕੋਈ ਲੀਡਰ ਖੁਦਕਸ਼ੀਆਂ ਕਰਨ ਵਾਲੇ ਪਰਿਵਾਰਾਂ ਦੇ ਘਰੇ ਉਹਨਾਂ ਨੂੰ ਧਰਵਾਸ ਦੇਣ ਤੱਕ ਨਹੀਂ ਗਿਆ। ਜਿਹੜੀ ਸਰਕਾਰੀ ਨੀਤੀ ਅਨੁਸਾਰ ਉਹਨਾਂ ਨੂੰ ਮਦਦ ਦਿੱਤੀ ਜਾ ਸਕਦੀ ਆ ਉਹ ਮਦਦ ਦੇਣ ਦਾ ਭਰੋਸਾ ਦੇਣ ਤੱਕ ਨਹੀਂ ਗਿਆ। ਸੋ ਇਸ ਕਰਕੇ ਅਕਾਲੀ ਦਲ ਮਹਿਸੂਸ ਕਰਦਾ ਕਿ ਅੱਜ ਹਾਲਾਤ ਇਹ ਬਣ ਗਏ, ਜੇ ਕਿਸਾਨ ਨੂੰ ਕਰਜ਼ਾ ਮੁਕਤੀ ਦੀ ਕੋਈ ਵਿਆਪਕ ਠੋਸ ਯੋਜਨਾ ਨਾ ਬਣਾਈ ਤਾਂ ਮੈਂ ਸਮਝਦਾ ਪੰਜਾਬ ਦੇ ਹਾਲਾਤ ਖਰਾਬ ਹੋਣਗੇ। ਅਸੀਂ ਅੱਜ ਅਕਾਲੀ ਦਲ ਵੱਲੋਂ ਇਹ ਵੀ ਮੰਗ ਕਰਦੇ ਹਾਂ ਕਿ ਟ੍ਰਿਪਲ ਸ਼ੇਅਰ ਫਾਰਮੂਲਾ ਲਾਗੂ ਕੀਤਾ ਜਾਵੇ, 3 ਧਿਰੀ ਹਿੱਸੇਦਾਰੀ ਫਾਰਮੂਲਾ ਪੰਜਾਬ ਦੇ ਕਿਸਾਨ ਨੂੰ ਪੈਰਾਂ ਸਿਰ ਖੜਾ ਕਰਨ ਲਈ, ਕਰਜ਼ਾ ਮੁਕਤ ਕਰਨ ਲਈ ਇੱਕ ਜਿਹੜੀਆਂ ਲੋਕ ਅਦਾਲਤਾਂ ਦੀ ਸਥਾਪਤੀ ਕਰਕੇ 3 ਧਿਰੀ ਫਾਰਮੂਲਾ ਅਡਾਪਟ ਕੀਤਾ ਜਾਵੇ। 1 ਸ਼ੇਅਰ ਕਿਸਾਨ ਪਾਉਣ, 1 ਸ਼ੇਅਰ ਸਰਕਾਰ ਪਾਵੇ, 1 ਸ਼ੇਅਰ ਜਿਹੜਾ ਲੋਨ ਕਰਦੀ ਹੈ ਇੰਸਟੀਚਿਊਸ਼ਨ ਕਰਜ਼ਾ ਦਿੰਦੀ ਆ ਉਹ ਪਾਵੇ, ਤੇ ਲੋਕ ਅਦਾਲਤਾਂ ਸਥਾਪਿਤ ਕਰਕੇ ਪੱਕੇ ਤੌਰ ਤੇ ਕਿਸਾਨ ਨੂੰ ਕਰਜ਼ਾ ਮੁਕਤ ਕਰਨ ਦੀ ਵਿਵਸਥਾ ਤਿਆਰ ਕਰੇ ਤਾਂ ਪੰਜਾਬ ਦੇ ਕਿਸਾਨੀ ਜਿਹੜੀ ਹੈ ਉਹਦੇ 'ਚ ਜਿਹੜਾ ਇਹ ਅਸੰਤੋਸ਼ ਪੈਦਾ ਹੋਇਆ ਉਹਨੂੰ ਰੋਕਿਆ ਜਾ ਸਕੇਗਾ, ਤਾਂ ਖੁਦਕਸ਼ੀਆਂ ਦੇ ਰਾਹ ਤੋਂ ਰੋਕਿਆ ਜਾ ਸਕੇਗਾ। ਪਰ ਅਫਸੋਸ ਆ ਕਿ ਸਰਕਾਰ ਇਸ ਪਾਸੇ ਵੱਲ ਨਾ ਗੰਭੀਰ ਆ, ਨਾ ਸਰਕਾਰ ਕੋਈ ਨੀਤੀ ਲੱਗਦੀ ਆ, ਨਾ ਸਰਕਾਰ ਨੇ ਕੋਈ ਪਲੈਨਿੰਗ ਬਣਾਈ ਆ। ਹੋਰ ਕੰਮਾਂ ਲਈ ਤਾਂ ਦੇਖੋ ਜਾਇਆ ਜਾਂਦਾ, ਕਦੇ ਗੁਜਰਾਤ ਦੇ ਟੂਰ 'ਤੇ, ਕਦੇ ਹਿਮਾਚਲ ਦੇ ਟੂਰ 'ਤੇ। ਗੁਜਰਾਤ ਦੇ ਟੂਰ 'ਤੇ ਇੱਕ ਹੁਣ ਇਨਫੋਰਮੇਸ਼ਨ ਆਈ ਆ ਰਾਈਟ ਇਨਫੋਰਮੇਸ਼ਨ ਐਕਟ ਦੇ ਤਹਿਤ, ਮਤਲਬ 44,85,960 ਕਰੋੜ ਰੁਪਈਆ 960 ਰੁਪਈਆ, ਜਾਨੀ 44,85,960 ਇੰਨੇ ਪੈਸੇ ਖਰਚੇ ਆ ਇਕੱਲੇ ਗੁਜਰਾਤ ਦੇ ਟੂਰ 'ਤੇ, ਜਿਹੜਾ ਉਹਨਾਂ ਦਾ ਪੋਲੀਟੀਕਲ ਪ੍ਰੋਗਰਾਮ ਸੀ।
ਪਰ ਫਜ਼ੂਲ ਖਰਚੀਆਂ ਵੱਲ 7000 ਕਰੋੜ ਤਾਂ ਇੱਕ ਮਹੀਨੇ 'ਚ ਕਰਜ਼ਾ ਲੈ ਲਿਆ। ਤੇ ਪੰਜਾਬ ਦੀ ਜਿਹੜੀ ਆਰਥਿਕ ਵਿਵਸਥਾ ਬੜੀ ਡਾਵਾਂਡੋਲ ਆ ਤੇ ਬੜੀ ਚਿੰਤਾ ਵਾਲੀ ਆ, ਤੇ ਇਹਨੂੰ ਸੁਧਾਰਨ ਦਾ ਕੋਈ ਯਤਨ ਨਹੀਂ ਹੋ ਰਿਹਾ। ਦੂਜਾ ਦਮਗਜਾ ਮਾਰਿਆ ਸੀ ਬਿਜਲੀ ਦਾ, ਕਹਿੰਦੇ ਸੀ 1 ਮਿੰਟ ਵੀ ਬਿਜਲੀ ਨਹੀਂ ਜਾਇਆ ਕਰੇਗੀ। ਕੇਜਰੀਵਾਲ ਸਾਹਿਬ ਨੇ ਕਿਹਾ ਸੀ, ਕਹਿੰਦੇ ਆਪ ਦੀ ਸਰਕਾਰ 'ਚ 1 ਮਿੰਟ ਬਿਜਲੀ ਨਹੀਂ ਜਾਏਗੀ। 1.5 ਦਹਾਕੇ ਬਾਅਦ ਪੰਜਾਬ ਦੇ ਲੋਕਾਂ ਨੇ ਜੇ ਬਿਜਲੀ ਦੇ ਕੱਟ ਦੇਖੇ ਆ ਤਾਂ 1.5 ਦਹਾਕੇ ਬਾਅਦ ਦੇਖੇ ਆ ਉਹ ਵੀ 10-10 12-12 ਘੰਟੇ ਦੇ। ਔਰ ਅੱਜ ਬਿਜਲੀ ਦੇ ਵਿੱਚ ਜਿਹੜੀ ਹੇਰਾ ਫੇਰੀ ਕੀਤੀ ਉਹ ਚੀਮਾ ਸਾਹਿਬ ਡਿਟੇਲ ਦੱਸ ਦੇਣਗੇ। ਪਰ ਮੈਂ ਤੁਹਾਨੂੰ ਹੈਰਾਨੀ ਵਾਲੀ ਗੱਲ ਇਹ ਆ ਵੀ ਜਿਸ ਮੁਤਾਬਕ ਹੁਣ ਖੇਡ ਖੇਡੀ ਜਾ ਰਹੀ ਆ, ਅੱਜ ਪੰਜਾਬ ਨੂੰ 3 ਜ਼ੋਨਾਂ 'ਚ ਵੰਡਤਾ ਝੋਨਾ ਲਾਉਣ ਲਈ, ਤੇ ਅੱਗੇ 24 ਜੂਨ ਲੈ ਗਏ ਹੁਸ਼ਿਆਰੀ ਨਾਲ ਝੋਨਾ ਲਾਉਣ ਦੀ ਤਰੀਕ। ਪਹਿਲੀ ਗੱਲ ਤਾਂ ਇਹਨਾਂ ਨੂੰ ਸ਼ਾਇਦ ਕੋਈ ਦੱਸਣਾ ਨਹੀਂ ਜਾਂ ਫਿਰ ਚਲਾਕੀ ਕਰਦੇ ਨੇ, ਔਰ ਇਹ ਚਲਾਕੀ ਚੱਲਣੀ ਨਹੀਂ ਪੰਜਾਬ ਦੇ ਕਿਸਾਨਾਂ ਅੱਗੇ, ਕਿਉਂਕਿ 24 ਜੂਨ ਨੂੰ ਲੱਗਿਆ ਝੋਨਾ, ਸਰਦੀ ਪੈਣੀ ਸ਼ੁਰੂ ਹੋ ਜਾਣੀ ਆ, ਪੱਕਣ 'ਚ ਲੇਟ ਹੋ ਜਾਏਗਾ 15 ਦਿਨ। ਪੱਕਣ ਦੇ ਵਿੱਚ ਜਦੋਂ ਲੇਟ ਹੋ ਜਾਏਗਾ, ਮੋਇਸਚਰ ਹੋਏਗਾ, ਉਹਨੂੰ ਫਿਰ ਭਾਵ ਨਹੀਂ ਮਿਲੂਗਾ, ਤੇ ਮੋਇਸਚਰ ਹੋਏਗਾ, ਪੱਕਣ 'ਚ ਦੇਰੀ ਲੱਗੇਗੀ। ਫਿਰ ਅੱਗੇ ਕਣਕ ਬੀਜਣ 'ਚ ਦੇਰੀ ਹੋ ਜਾਣੀ ਆ, ਤੇ ਦੇਰ ਨਾਲ ਬੀਜੀ ਕਣਕ ਦਾ ਫਿਰ ਗਰਮੀ ਹੋ ਜਾਣੀ ਆ, ਫਿਰ ਝਾੜ ਘੱਟ ਨਿਕਲੇਗਾ। ਜਾਣੀ ਟ੍ਰਿਪਲ ਮਾਰ ਪੈਣੀ ਆ ਕਿਸਾਨ ਨੂੰ, ਜਿਹੜੀ ਇਹਨਾਂ ਨੇ ਘਰ ਬੈਠਿਆਂ ਨੇ ਬਣਾਤੀ 24 ਜੂਨ ਦੀ। ਜਿਹੜੀ ਆ ਡਿਵੀਜ਼ਨ ਕੀਤੀ ਆ, ਜਿਹੜੇ ਜ਼ੋਨ ਬਣਾ ਕੇ ਤਰੀਕਾਂ ਦਿੱਤੀਆਂ, ਇਹ ਬੜੀਆਂ ਖਤਰਨਾਕ ਨੇ। ਇਹਨਾਂ ਨੂੰ ਮੁੜ ਵਿਚਾਰੇ ਸਰਕਾਰ, ਇਹਨਾਂ ਦਾ ਬਹੁਤ ਜ਼ਿਆਦਾ ਵਿਰੋਧ ਹੋਏਗਾ। ਅਸੀਂ ਮੈਮੋਰੈਂਡਮ ਦੇ ਵਿੱਚ ਇਹ ਇੱਕ ਵਾਰਨਿੰਗ ਦੇ ਤੌਰ ਤੇ ਜਾਵਾਂਗੇ ਕਹਿਣ ਡਿਪਟੀ ਕਮਿਸ਼ਨਰ ਨੂੰ ਵੀ ਇਹ ਤਰੀਕਾਂ ਬਦਲੀਆਂ ਜਾਣ। ਜ਼ੋਨ ਬਣਾਉਣੇ ਚੰਗੀ ਗੱਲ ਆ, ਜ਼ੋਨ ਬਣਾਉਣ ਦਾ ਅਸੀਂ ਸਵਾਗਤ ਕਰਦੇ ਹਾਂ, ਪਰ ਜ਼ੋਨਾਂ ਦੀ ਤਰੀਕਾਂ ਬਦਲੀਆਂ ਜਾਣ। 1 ਜੂਨ ਹੋਵੇ, 5 ਜੂਨ ਹੋਵੇ ਤੇ 10 ਜੂਨ ਹੋਵੇ, ਫਿਰ ਤਾਂ ਜ਼ੋਨਾਂ ਦਾ ਕੋਈ ਫਾਇਦਾ। ਤੇ ਜੇ ਜ਼ੋਨ ਬਣਾ ਕੇ ਤਰੀਕਾਂ ਅੱਗੇ ਲਿਜਾਣੀਆਂ ਨੇ ਫਿਰ ਤਾਂ ਬੜੀਆਂ ਖਤਰਨਾਕ ਨੇ। ਸੋ ਇਸ ਗੱਲ ਨੂੰ ਅਸੀਂ ਇਹ ਆਪਣੇ ਜਿਹੜੇ ਮੰਗ ਪੱਤਰ ਦੇਣੇ ਆ, ਇਹਦੇ 'ਚ ਮੰਗ ਇਹ ਵੀ ਕਰਨੀ ਆ ਕਿ ਬਿਜਲੀ ਦੇ ਕੱਟ ਜਿਹੜੇ ਬੰਦ ਕਰੋ, ਬਿਜਲੀ ਦਾ ਪ੍ਰਬੰਧ ਕਰੋ। ਜਿੰਨੀਆਂ ਵੀ ਹਿੱਲ ਸਟੇਟਸ ਨੇ ਉੱਥੇ ਸਰਪਲਸ ਬਿਜਲੀ ਪਈ ਆ, ਔਰ ਹੁਣ ਇਹਨਾਂ ਨੂੰ ਜਵਾਬ ਦੇਣਾ ਪਏਗਾ ਵੀ ਕੀ ਹੁਣ ਇਹ ਥਰਮਲ ਪਲਾਂਟ ਲਾਉਣੇ ਜਾਇਜ਼ ਸੀ ਕਿ ਨਜਾਇਜ਼ ਸੀ। ਸਮਝੌਤੇ ਕੀ ਆ ਜਿਹੜੇ ਥਰਮਲ ਪਲਾਂਟ ਬੰਦ ਕਰੇ ਆ ਕਾਂਗਰਸ ਸਰਕਾਰ ਨੇ, ਇਹਨਾਂ ਬਾਰੇ ਆਪ ਦੀ ਸਰਕਾਰ ਦਾ ਕੀ ਕਹਿਣਾ? ਇਹ ਜਵਾਬ ਲੋਕਾਂ ਨੂੰ ਦੇਣੇ ਪੈਣਗੇ ਤੇ ਬਿਜਲੀ ਦਾ ਪ੍ਰਬੰਧ ਕਰਨਾ ਪਏਗਾ। ਬਿਜਲੀ ਦੇ ਕੱਟ ਜਿਹੜੇ ਮੱਛਰ ਸਤਾ ਰਿਹਾ, ਗਰਮੀ ਸਤਾ ਰਹੀ ਆ ਲੋਕਾਂ ਨੂੰ, ਹਾਹਾਕਾਰ ਮਚੀ ਹੋਈ ਆ, ਔਰ ਚਾਰਾ ਸੁੱਕ ਰਿਹਾ। ਅੱਗੇ ਨੂੰ ਪੌਦ ਜਿਹੜੀ ਝੋਨੇ ਦੀ ਲਾਉਣੀ ਆ ਉਹਦੇ ਲਈ ਪਾਣੀ ਹੈ ਨਹੀਂ। ਸੋ ਬੜੀ ਮਾੜੀ ਹਾਲਤ ਹੋ ਰਹੀ ਆ, ਭਵਿੱਖ ਖਤਰੇ 'ਚ ਲੱਗ ਰਿਹਾ। ਇਹ ਅਸੀਂ ਇੱਕ ਕਿਸਮ ਦੀ ਸਾਵਧਾਨ ਕਰਨ ਲਈ, ਸਰਕਾਰ ਨੂੰ ਸੁਚੇਤ ਕਰਨ ਲਈ, ਤੇ ਇਹ ਗੱਲਾਂ ਜਿਹੜੀਆਂ ਇਹਨਾਂ 'ਤੇ ਗੌਰ ਕਰੇ, ਧਿਆਨ ਦੇਵੇ, ਬਿਜਲੀ ਦੇ ਕੱਟ ਬੰਦ ਕਰਕੇ ਤੇ ਬਿਜਲੀ ਦਾ ਪ੍ਰਬੰਧ ਕਰਕੇ। ਤੀਜੀ ਗੱਲ ਜਿਹੜੀ ਆ ਲਾਅ ਐਂਡ ਆਰਡਰ ਦੀ, ਲਾਅ ਐਂਡ ਆਰਡਰ ਦੇ ਵਿੱਚ ਜਿਹੜੀ ਅਸੀਂ ਗੱਲ ਕਹਿਣੀ ਆ ਵੀ ਜਿਹੜੀ ਲੋਕਾਂ ਨੂੰ ਆਪਸ ਵਿੱਚ ਲੜਾ ਕੇ ਪਟਿਆਲੇ ਦੀ ਜਿਹੜੀ ਘਟਨਾ ਹੋਈ ਆ, ਇਹਦੇ 'ਚ ਆਪਸੀ 2 ਫਿਰਕਿਆਂ ਵਿੱਚ ਖਾਨਾ ਜੰਗੀ ਕਰਾ ਕੇ ਇੱਕ ਸਾਜ਼ਿਸ਼ ਦੇ ਤਹਿਤ ਜਿਹੜਾ ਅਸਲੀ ਮੁੱਦੇ ਨੇ ਉਹਨਾਂ ਤੋਂ ਧਿਆਨ ਹਟਾਉਣ ਦੀ ਇੱਕ ਸਾਜ਼ਿਸ਼ ਰਚੀ ਆ। ਔਰ ਇਸ ਦੇ ਵਿੱਚ ਅਸਲੀ ਮੁਲਜ਼ਮ ਕੌਣ ਆ, ਅਸਲੀ ਗੁਨਾਹਗਾਰ ਕੌਣ ਆ, ਇਹਦੀ ਜਾਂਚ ਹੋਣ ਤੋਂ ਪਹਿਲਾਂ ਹੀ, ਮਤਲਬ ਗੁਨਾਹਗਾਰ ਪਹਿਲਾਂ ਹੀ ਫਿਕਸ ਕਰਤੇ। ਮੁੱਖ ਮੰਤਰੀ ਸਾਹਿਬ ਵੱਲੋਂ ਤਾਂ ਸਿਆਸੀ ਪਾਰਟੀਆਂ ਨੂੰ ਗੁਨਾਹਗਾਰ ਬਣਾ ਕੇ ਰੱਖਤਾ। ਨਵੀਂ ਗੱਲ ਕਰਕੇ ਸੋ ਮੈਂ ਸਮਝਦਾ ਕਿ ਇਹ ਕਿਸਮ ਦਾ ਤੇ ਨਾ ਅੱਗੇ ਨੂੰ ਇਹ ਘਟਨਾਵਾਂ ਨਾ ਹੋਣ, ਇਹਨਾਂ ਦੇ ਕੋਈ ਬੰਦੋਬਸਤ ਹੋ ਰਹੇ ਨੇ। ਕਾਨੂੰਨ ਵਿਵਸਥਾ ਦੇ ਵਿੱਚ ਜਿਵੇਂ ਫੜੋ-ਫੜੀ ਨਜਾਇਜ਼ ਲੋਕਾਂ ਦੀ ਹੋ ਰਹੀ ਆ, ਇਹ ਧਿਆਨ ਵੀ ਅਸੀਂ ਇਹਨਾਂ ਮੈਮੋਰੈਂਡਮ ਨਾਲ ਹੀ ਲਿਆਉਣਾ ਕਿ ਕਿਹੜੇ ਲੋਕ ਜਿਹੜੇ ਨਜਾਇਜ਼ ਫੜੇ ਨੇ, ਤੇ ਜੇ ਨਜਾਇਜ਼ ਫੜੋ-ਫੜੀ ਹੋਏਗੀ ਤਾਂ ਜਿਹੜੀ ਕਾਨੂੰਨ ਦੀ ਵਿਵਸਥਾ ਹੋਰ ਵਿਗੜੇਗੀ, ਔਰ ਲੋਕਾਂ ਵਿੱਚ ਆਪਸੀ ਭੁਲੇਖੇ ਖੜੇ ਹੋਣਗੇ, ਆਪਸੀ ਟਕਰਾਅ ਹੋਊਗਾ। ਲੋਕਾਂ ਨੂੰ ਇਸ ਪਾਸੇ ਨਾਲ ਜਾਓ, ਇਹ ਜਿਹੜੀ ਮੰਗ ਆ ਸਾਡੀ, ਇਹ ਵੀ ਅਸੀਂ ਜ਼ੋਰ ਨਾਲ ਗੱਲ ਕਰਨੀ ਆ। ਬਾਕੀ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਜਿਹੜਾ ਵਾਧਾ, ਉਹਦੇ ਬਾਰੇ ਚੀਮਾ ਸਾਹਿਬ ਜਿਹੜਾ ਡਿਟੇਲ ਦੱਸ ਦੇਣਗੇ। ਜਿੱਥੇ ਤੱਕ MOU ਦੀ ਗੱਲ ਆ, MOU ਜਿਹੜਾ ਹੈ ਇਹ ਵੀ ਇੱਕ ਬੜੀ ਖਤਰਨਾਕ ਆ, ਜੋ ਇਹਨਾਂ ਨੇ, ਮੈਂ ਸਮਝਦਾ ਅਨਕਨਸਟੀਟਿਊਸ਼ਨਲ ਵੀ ਆ, ਔਰ ਇਹ ਪਰੰਪਰਾਗਤ ਵੀ ਹੈ ਨਹੀਂ, ਗੈਰ ਪਰੰਪਰਾਗਤ ਆ। ਅੱਜ ਤੱਕ ਇਸ ਤਰ੍ਹਾਂ ਦੇ ਨਹੀਂ ਕਦੇ ਹੋਏ। ਇਹ ਜਿਹੜੀ ਸੂਬਾ ਸਰਕਾਰਾਂ ਦੇ ਅਧਿਕਾਰ ਖੇਤਰ ਖੋਹਣ ਵਾਲੀ ਗੱਲ ਆ, ਇੱਕ ਸੂਬੇ ਦੇ ਦੂਜੇ ਸੂਬੇ ਦੇ ਅਧਿਕਾਰ ਖੋਹਣ ਵਾਲੀ ਗੱਲ ਆ। ਔਰ ਸੀਕਰੇਸੀ ਜਿਹੜੀ ਹੁੰਦੀ ਆ ਕਿਸੇ ਸੂਬੇ ਦੀ,
ਜਿਹਦੀ ਸਹੁੰ ਚੁੱਕਦੇ ਨੇ ਮਾਨਯੋਗ ਮੁੱਖ ਮੰਤਰੀ ਵੀ ਤੇ ਮੰਤਰੀ ਵੀ, ਉਹ ਮੈਂ ਸਮਝਦਾ ਬਰੀਚ ਆਫ ਸੀਕਰੇਸੀ ਹੈ ਜਿਹੜੀ ਇਹ ਹੋਣੀ ਹੈ। ਇਹਦੇ ਨਾਲ ਸਮਝੌਤੇ ਨਾਲ ਇਹ ਜਿਹੜਾ MOU ਆ ਇਹਨੂੰ ਰੱਦ ਕਰਨ ਦੀ ਭਾਵੇਂ ਅਸੀਂ ਗਵਰਨਰ ਸਾਹਿਬ ਨੂੰ ਸਿੱਧੇ ਤੌਰ 'ਤੇ ਮਿਲ ਕੇ ਮੰਗ ਵੀ ਕੀਤੀ ਆ, ਪਰ ਹੇਠਲੇ ਪੱਧਰ 'ਤੇ ਜਨਤਕ ਤੌਰ 'ਤੇ ਇਹ ਇੱਕ ਪੰਜਾਬ ਦੇ ਮਸਲਿਆਂ 'ਚ ਦਖਲਅੰਦਾਜ਼ੀ ਜਿਹੜੀ ਇਹ ਕਹਿ ਲਓ ਕਿ ਪੰਜਾਬ ਦੇ ਹੱਕ ਗਿਰਵੀ ਰੱਖਤੇ, ਪੰਜਾਬ ਨੂੰ ਗਹਿਣੇ ਰੱਖਤਾ, ਇਹ ਜਿਹੜਾ ਖਤਰਨਾਕ ਖੇਡ ਖੇਡੀ ਆ ਜਿਹੜੀ ਸੰਘੀ ਢਾਂਚੇ ਦੇ ਉਲਟਾ, ਇਹਦੇ ਵਿਰੋਧ ਦੇ ਵਿੱਚ ਵੀ ਅਸੀਂ ਜਿਹੜੀ ਇਹ ਜਨਤਕ ਤੌਰ 'ਤੇ ਆਵਾਜ਼ ਬੁਲੰਦ ਕਰਨ ਦੀ ਗੱਲ ਜਿਹੜੀ ਆ ਇਹ ਡਿਪਟੀ ਕਮਿਸ਼ਨਰ ਰਾਹੀਂ ਸਰਕਾਰ ਨੂੰ ਦੱਸਣੀ ਆ। ਸੋ ਇਹਨਾਂ ਮੰਗਾਂ ਨੂੰ ਲੈ ਕੇ ਅਸੀਂ 9 ਤਰੀਕ ਨੂੰ ਜੋ ਜਾ ਰਹੇ ਹਾਂ ਮੈਮੋਰੈਂਡਮ ਲੈ ਕੇ ਉੱਥੇ ਯਾਦ ਪੱਤਰ ਦੇਵਾਂਗੇ ਸਾਰੇ ਜ਼ਿਲ੍ਹਾ ਹੈੱਡਕੁਆਟਰਾਂ 'ਤੇ। ਇਹਦੇ ਸਾਡੀ ਜਿਹੜੀ ਅਗਲੀ ਕਤਾਰ ਦੀ ਲੀਡਰਸ਼ਿਪ ਆ ਵਰਕਰ ਜਿਹੜੇ ਉਹ ਹੀ ਜਾਣਗੇ, ਕੋਈ ਉਸ ਕਿਸਮ ਦਾ ਵੱਡੇ ਜਨਤਕ ਇਕੱਠ ਨਹੀਂ, ਪਰ ਮੁੱਢਲੀ ਕਤਾਰ ਦੀ ਲੀਡਰਸ਼ਿਪ ਸਾਰੀ ਜਾ ਕੇ ਇਹ ਸਾਡੀ ਸਰਕਾਰ ਨੂੰ ਤਾੜਨਾ ਦੇ ਰੂਪ ਦੇ ਵਿੱਚ, ਸਰਕਾਰ ਨੂੰ ਸੁਚੇਤ ਕਰਨ ਦੇ ਰੂਪ ਦੇ ਵਿੱਚ ਵੀ ਹੋਏਗੀ, ਅਤੇ ਅੱਗੇ ਲਈ ਜੇ ਮਸਲੇ ਹੱਲ ਨਾ ਹੋਏ ਤਾਂ ਅੱਗੇ ਲਈ ਜ਼ੋਰਦਾਰ ਜਨਤਕ ਸੰਘਰਸ਼ ਵਿੱਢਣ ਦੀ ਇੱਕ ਚੇਤਾਵਨੀ ਵੀ ਹੋਏਗੀ। ਥੈਂਕ ਯੂ। ਹੁਣ ਮਸਲਾ ਦੱਸੋ ਜਿਹੜਾ ਮੇਨ ਸੀ ਸਾਡਾ, ਉੱਤੇ ਚੰਦੂਮਾਜਰਾ ਸਾਹਿਬ ਨੇ ਦੱਸ ਦਿੱਤਾ। ਇੱਕ ਭਗਵੰਤ ਮਾਨ ਜੀ ਦੀ ਸਰਕਾਰ ਬੜੇ ਵੱਡੇ ਵੱਡੇ ਇਸ਼ਤਿਹਾਰ ਵੀ ਦਿੰਦੀ ਹੈ। ਇਲੈਕਸ਼ਨ ਦੇ ਟਾਈਮ ਦੇ ਉੱਤੇ ਵੀ ਇਹਨਾਂ ਨੇ ਨੌਜਵਾਨਾਂ ਨੂੰ ਬੜਾ ਵੱਡਾ ਭਰੋਸਾ ਦਿੱਤਾ ਸੀ ਵੀ ਜਿਸ ਦਿਨ ਸਾਡੀ ਸਰਕਾਰ ਬਣ ਗਈ ਸਾਰੀ ਜਿਹੜੀ ਭਰਤੀ ਕਰਾਂਗੇ ਅਸੀਂ ਪੱਕੀ ਕਰਾਂਗੇ, ਤੇ ਆਊਟਸੋਰਸਿੰਗ ਵਾਲਾ ਜਿਹੜਾ ਸਿਸਟਮ ਹੈ ਉਹ ਬੰਦ ਕਰ ਦਿਆਂਗੇ। ਇਹ ਸਾਰੇ ਆਮ ਆਦਮੀ ਪਾਰਟੀ ਦੇ ਲੀਡਰ ਜਿਹੜੇ ਆ ਇਲੈਕਸ਼ਨ ਦੇ ਦੌਰਾਨ ਇਹ ਅਨਾਉਂਸਮੈਂਟ ਲਗਾਤਾਰ ਕਰਦੇ ਰਹੇ। ਹੁਣ ਵਿੱਤ ਵਿਭਾਗ ਨੇ 2 ਮਈ ਨੂੰ ਅੱਜ ਜਿਹੜੀ ਹੈ 7 ਹੋਈ ਹੈ ਤੇ 5 ਦਿਨ ਪਹਿਲਾਂ ਪ੍ਰਵਾਨਗੀ ਦਿੱਤੀ ਹੈ 1337 ਪੋਸਟਾਂ ਨੂੰ, ਜਿਹਦੇ ਵਿੱਚ ਡਰਾਈਵਰ ਵੀ ਨੇ, ਕੰਡਕਟਰ ਵੀ ਨੇ, ਤੇ ਵਰਕਸ਼ਾਪ ਦਾ ਸਟਾਫ ਹੈ ਪਨ ਬੱਸ ਦੇ ਵਿੱਚ ਜਿਹੜਾ ਟਰਾਂਸਪੋਰਟ ਵਿਭਾਗ ਦੇ ਵਿੱਚ। ਔਰ ਮੈਂ ਹੈਰਾਨ ਰਹਿ ਗਿਆ ਪੜ੍ਹ ਕੇ। ਪਹਿਲਾਂ ਤਾਂ ਜਦੋਂ ਅਸੀਂ ਕੋਈ ਚੀਜ਼ ਜਾਰੀ ਕਰਦੇ ਹਾਂ ਨਾ, ਕਹਿ ਦਿੰਦੇ ਜੀ ਪਿਛਲੀ ਸਰਕਾਰ ਕਰ ਗਈ ਸੀ। ਇਹਦੀ ਪ੍ਰਵਾਨਗੀ 2 ਮਈ ਨੂੰ ਹੋਈ ਹੈ। ਸਾਡੇ ਮਾਨਯੋਗ ਵਿੱਤ ਮੰਤਰੀ ਸਰਦਾਰ ਹਰਪਾਲ ਸਿੰਘ ਚੀਮਾ ਸਾਹਿਬ ਦਾ ਮਹਿਕਮਾ ਵਿੱਤ ਵਿਭਾਗ, ਉਹਨਾਂ ਨੇ ਕੀਤੀ ਹੈ। ਔਰ ਇਹ ਜਿਹੜਾ ਆਰਡਰ ਹੈ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਦਿੰਦਾ ਪ੍ਰਵਾਨਗੀ ਦਾ। 1337 ਪੋਸਟਾਂ ਇਹਦੇ 'ਚ ਲਿਖਿਆ ਗਿਆ ਕਿ ਇਹ ਆਊਟਸੋਰਸਿੰਗ ਦੇ ਉੱਤੇ ਕਰਨ ਦੀ ਜਿਹੜੀ ਪ੍ਰਵਾਨਗੀ ਹੈ ਇਹ ਦਿੱਤੀ ਜਾ ਰਹੀ, ਆਊਟਸੋਰਸਿੰਗ ਦੇ ਉੱਤੇ। ਹੁਣ ਮੈਂ ਭਗਵੰਤ ਮਾਨ ਜੀ ਨੂੰ ਪੁੱਛਦਾ ਕਿ ਨੌਜਵਾਨਾਂ ਦੇ ਨਾਲ ਜਿਹੜਾ ਐਡਾ ਵੱਡਾ ਤੁਸੀਂ ਵਾਅਦਾ ਕੀਤਾ ਸੀ ਕਿ ਪਹਿਲਾਂ ਵਾਲੇ ਸਾਰੇ ਪੱਕੇ ਕਰਾਂਗੇ ਤੇ ਅੱਗੇ ਤੋਂ ਇਹ ਜਿਹੜਾ ਆਊਟਸੋਰਸਿੰਗ ਦਾ ਸਿਸਟਮ ਹੈ ਇਹ ਬੰਦ ਕਰ ਦਿਆਂਗੇ, ਇਹ ਅੱਜ ਦਾ ਜਿਹੜਾ ਤੁਹਾਡਾ ਹੁਣ ਤਾਜ਼ਾ ਜਿਹੜਾ 4 ਦਿਨ ਪਹਿਲਾਂ ਦੀ ਮਨਜ਼ੂਰੀ ਹੈ ਵਿੱਤ ਵਿਭਾਗ ਦੀ, ਇਹ ਮੈਂ ਪੁੱਛਦਾ ਕਿ ਇਹ ਤਾਂ ਹੁਣ ਤੁਹਾਡੀ ਸਰਕਾਰ ਦੀ ਹੈ। ਇੱਥੇ ਤੁਸੀਂ ਝੂਠ ਨਹੀਂ ਬੋਲ ਸਕਦੇ ਕਿ ਪਿਛਲੀ ਕਾਂਗਰਸ ਸਰਕਾਰ ਵੇਲੇ ਦੀ ਫਾਈਲ ਚੱਲਦੀ ਸੀ। ਇਹ ਪ੍ਰਵਾਨਗੀ ਤੁਸੀਂ 2 ਮਈ ਨੂੰ ਦਿੱਤੀ ਹੈ। ਮੈਂ ਪੜ੍ਹ ਕੇ ਦੱਸ ਦਿੰਦਾ। ਇਹਦੇ ਵਿੱਚ ਲਿਖਿਆ ਕਿ ਪਨਬਸ ਵਿਖੇ ਡਰਾਈਵਰ, ਕੰਡਕਟਰ ਅਤੇ ਵਰਕਸ਼ਾਪ ਸਟਾਫ ਦੀਆਂ ਕੁੱਲ 1337 ਅਸਾਮੀਆਂ ਨੂੰ ਆਊਟਸੋਰਸ ਤੇ ਭਰਨ ਦੀ ਪ੍ਰਵਾਨਗੀ ਦਿੱਤੀ ਜਾਂਦੀ ਹੈ, ਤੇ ਰੈਗੂਲਰ ਪ੍ਰਵਾਨਗੀ ਕਿਉਂ ਨਹੀਂ ਦਿੱਤੀ ਗਈ? ਇਹ ਬਹੁਤ ਵੱਡਾ ਜਿਹੜਾ ਇਹ ਧੋਖਾ ਹੈ। ਇਸ਼ਤਿਹਾਰ ਤਾਂ ਕਰੋੜਾਂ ਰੁਪਏ ਦੇ ਦਿੱਤੇ ਜਾ ਰਹੇ ਆ ਨੌਕਰੀਆਂ ਦੇ, ਇਸ਼ਤਿਹਾਰਾਂ ਦਾ ਕੋਈ ਕਸਰ ਨਹੀਂ। ਉਹ ਤਾਂ ਦੱਖਣ ਤੱਕ ਇਸ਼ਤਿਹਾਰ ਪਹੁੰਚ ਜਾਂਦੇ ਆ, ਗੁਜਰਾਤ ਤੱਕ ਪਹੁੰਚ ਜਾਂਦੇ ਆ, ਲੇਕਿਨ ਅਸਲੀਅਤ ਕੀ ਹੈ? ਸਰਕਾਰ ਦੀ ਕਹਿਣੀ ਤੇ ਕਥਨੀ ਦੇ ਵਿੱਚ ਫਰਕ ਇੰਨਾ ਕਿ 1337 ਪੋਸਟਾਂ ਦੀ ਅੰਦਰ ਖਾਤੇ ਪ੍ਰਵਾਨਗੀ ਜਿਹੜੀ ਹੈ ਉਹ ਆਊਟਸੋਰਸ ਤੇ ਦੇ ਕੇ ਜਿਹੜੇ ਸਾਡੇ ਨੌਜਵਾਨ ਜਿਹੜੇ ਪੰਜਾਬ ਦੇ, ਉਹਨਾਂ ਦਾ ਹੱਕ ਜਿਹੜਾ ਇਹਨਾਂ ਨੇ ਮਾਰ ਦਿੱਤਾ। ਇਸ ਕਰਕੇ ਮੈਂ ਬੇਨਤੀ ਕਰਦਾ ਮੁੱਖ ਮੰਤਰੀ ਸਾਹਿਬ ਨੂੰ ਇੱਕ ਵਾਰੀ ਫਿਰ ਵੀ ਜਿਵੇਂ ਪਹਿਲਾਂ ਡਰਾਮਾ ਕਰਦੇ ਹੋ ਨਾ, ਵੀ ਜਦੋਂ ਭਗਵੰਤ ਮਾਨ ਜੀ ਨੂੰ ਪਤਾ ਲੱਗਾ ਉਹਨਾਂ ਨੇ ਨਾਰਾਜ਼ਗੀ ਦਿਖਾਈ
ਵੀ ਐਤਕੀ ਸੱਚੀ ਮੁੱਚੀ ਨਾਰਾਜ਼ਗੀ ਦਿਖਾ ਕੇ ਦਿਖਾਓ, ਇਹਨੂੰ ਕੈਂਸਲ ਕਰੋ ਤੇ ਦੁਬਾਰਾ ਆਰਡਰ ਪਾਸ ਕਰੋ ਕਿ ਪੰਜਾਬ ਦੇ ਵਿੱਚ ਆਊਟਸੋਰਸਿੰਗ ਦੇ ਉੱਤੇ ਕੋਈ ਭਰਤੀ ਜਿਹੜੀ ਹੈ ਤੁਹਾਡੇ ਵਾਅਦੇ ਦੇ ਮੁਤਾਬਕ ਨਹੀਂ ਹੋਗੀ। ਹਾਲੇ ਕਿ ਮੈਨੂੰ ਪਤਾ ਹੈ ਕਿ ਜੇ ਵਿੱਤ ਵਿਭਾਗ ਨੇ ਪ੍ਰਵਾਨਗੀ ਦਿੱਤੀ ਹੈ ਤੇ ਤੁਹਾਨੂੰ ਪੁੱਛਿਆ ਬਗੈਰ ਨਹੀਂ ਦਿੱਤੀ, ਪਰ ਇੱਕ ਫੇਰ ਮੌਕਾ ਤੁਹਾਡੇ ਕੋਲੇ ਡਰਾਮਾ ਕਰਨ ਦਾ। ਤੁਸੀਂ ਫੇਰ ਇਸ਼ਤਿਹਾਰ ਜਾਰੀ ਕਰੋ ਕਿ ਭਗਵੰਤ ਮਾਨ ਨੇ ਅਧਿਕਾਰੀਆਂ ਨੂੰ ਫਟਕਾਰ ਪਾਈ, ਭਗਵੰਤ ਮਾਨ ਨੇ ਅਧਿਕਾਰੀਆਂ ਨਾਲ ਨਾਰਾਜ਼ਗੀ ਪ੍ਰਗਟ ਕੀਤੀ, ਭਗਵੰਤ ਮਾਨ ਨੇ ਜਿਹੜਾ ਇਹਨੂੰ ਵਾਪਸ ਲਿਆ। ਚਲੋ ਕਿਸੇ ਬਹਾਨੇ ਤੁਹਾਡੀ ਵੀ ਇੱਜ਼ਤ ਬਚੇਗੀ ਤੇ ਨਾਲ ਦੀ ਨਾਲ ਇਹ ਜਿਹੜੇ ਸਾਡੇ ਬੇਰੁਜ਼ਗਾਰ ਸਾਡੇ ਨੌਜਵਾਨ ਆ, ਇਹਨਾਂ ਨੂੰ ਨੌਕਰੀ ਪੱਕੀ ਮਿਲ ਜੇਗੀ। ਇੱਕ ਤਾਂ ਕਿਰਪਾ ਕਰਕੇ ਇਹ ਕਰੋ। ਦੂਜੀ ਗੱਲ ਹੈ ਕਿ ਕੇਜਰੀਵਾਲ ਤੋਂ ਲੈ ਕੇ ਥੱਲੇ ਤੱਕ ਹਰ ਆਮ ਆਦਮੀ ਪਾਰਟੀ ਦੇ ਲੀਡਰ ਨੇ ਜਿਹੜੀ ਮਾਈਨਿੰਗ ਦੀ ਪਾਲਿਸੀ ਆ, ਇਹਦੇ ਉੱਤੇ ਇਲੈਕਸ਼ਨ ਦੇ ਵਿੱਚ ਬਹੁਤ ਹੀ ਮੈਂ ਕਹਿ ਸਕਦਾ ਕਿ ਜਿਵੇਂ ਹੁੰਦਾ ਨਾ ਵੀ ਕਹਿੰਦੇ ਨੇਰ ਚੱਕਿਆ ਸੀ ਕਿ ਸਾਡੀ ਸਰਕਾਰ ਆਏਗੀ ਤੇ ਇਹੋ ਜਿਹੀ ਪਾਲਿਸੀ ਬਣਾਵਾਂਗੇ ਕਿ ਅਸੀਂ ਉਹਦੇ ਵਿੱਚੋਂ ਇੰਨੀ ਆਮਦਨ ਹੋਏਗੀ, ਇੰਨੇ ਹਜ਼ਾਰ ਕਰੋੜ ਸਟੇਟ ਨੂੰ ਆਉਣਗੇ, ਇੰਨਾ ਦੂਜਾ ਆਏਗਾ। ਲਗਾਤਾਰ ਕੇਜਰੀਵਾਲ ਤੋਂ ਲੈ ਕੇ ਥੱਲੇ ਭਗਵੰਤ ਮਾਨ ਜੀ, ਬਾਕੀ ਸਾਰੇ ਇਹਨਾਂ ਦੇ ਸਾਥੀ ਹੁਣ 2 ਮਹੀਨੇ ਹੋ ਚਲੇ ਤੇ ਹਾਲੇ ਤੱਕ ਪਾਲਿਸੀ ਨਹੀਂ ਬਣੀ। ਕਿਉਂ ਨਹੀਂ ਬਣੀ ਜੀ? ਕੀ ਤੁਹਾਡੇ ਕੋਲੇ ਕੋਈ ਪਲਾਨ ਨਹੀਂ ਸੀ? ਤੁਸੀਂ ਇਲੈਕਸ਼ਨ ਦੇ ਵਿੱਚ ਇਕੱਲਾ ਝੂਠ ਹੀ ਮਾਰੀ ਗਏ। ਜਿਸ ਇਸ਼ੂ ਨੂੰ ਤੁਸੀਂ ਐਡਾ ਵੱਡਾ ਸੂਬੇ ਦਾ ਇਸ਼ੂ ਬਣਾਇਆ ਸੀ ਕਿ ਬਣਦਿਆਂ ਸਾਰੀ ਅਸੀਂ ਇਹੋ ਜਿਹੀ ਪਾਲਿਸੀ ਬਣਾਵਾਂਗੇ, ਅੱਜ ਤੁਹਾਡੀ ਬੈਂਕਰਪਸੀ ਨਜ਼ਰ ਆਉਂਦੀ ਹੈ ਕਿ 2 ਮਹੀਨੇ ਹੋ ਗਏ ਤੇ ਕੋਈ ਮਾਈਨਿੰਗ ਪਾਲਿਸੀ ਨਹੀਂ ਸਟੇਟ ਦੇ ਵਿੱਚ। ਔਰ ਮਾਈਨਿੰਗ ਬੰਦ ਕਰੋ, ਅਸੀਂ ਤੁਹਾਡੇ ਨਾਲ ਆ, ਪਰ ਜਿਹੜਾ ਕੰਸਟਰਕਸ਼ਨ ਦਾ ਰਾਮਤੀਰੀ ਲੈ ਰੇਤਾ ਬਜਰੀ ਉਤੋਂ ਬਣਾ ਲੋਕਾਂ ਦਾ ਕੰਸਟਰਕਸ਼ਨ ਕਿੱਦਾਂ ਹੋ ਜਾਏਗੀ, ਮਕਾਨ ਕਿੱਦਾਂ ਬਣ ਜਾਣਗੇ, ਬਾਕੀ ਕੰਮ ਕਿੱਦਾਂ ਚੱਲ ਜਾਣਗੇ। ਅੱਜ ਹਾਲਾਤ ਇਹ ਹੈ ਕਿ ਲੱਖਾਂ ਦੀ ਗਿਣਤੀ ਦੇ ਵਿੱਚ ਪੰਜਾਬ ਦੇ ਵਿੱਚ ਮਿਹਨਤ ਕਰਕੇ ਰੋਟੀ ਕਮਾਉਣ ਵਾਲੇ ਸਾਰੇ ਮਿਸਤਰੀ ਤੇ ਮਜ਼ਦੂਰ ਜਿਨ੍ਹਾਂ ਦਾ ਉਸਾਰੀ ਦੇ ਨਾਲ ਕੰਮ ਜੁੜਿਆ ਹੋਇਆ, ਉਹ ਸਾਰੇ ਵਿਚਾਰੇ ਵਿਹਲੇ ਬੈਠੇ। ਉਹਨਾਂ ਵਾਸਤੇ ਕੋਵਿਡ ਆ ਗਿਆ, ਕਿਉਂਕਿ ਜਦੋਂ ਰੇਤਾ ਨਹੀਂ ਮਿਲਦੀ, ਜੇ ਮਿਲਦੀ ਹੈ ਤੇ ਹੁਣ ਅੱਗੇ ਨਾਲੋਂ 4 ਗੁਣਾ ਵੱਧ ਰੇਟਾਂ ਦੇ ਉੱਤੇ ਮਿਲਦੀ ਹੈ ਤੇ ਜਿਹਨੇ ਉਸਾਰੀ ਕਰਨੀ ਹੈ ਉਹ ਕੰਮ ਬੰਦ ਕਰਕੇ ਬੈਠਾ ਪਿਆ, ਏਡੀ ਮਹਿੰਗੀ ਵਾਰਾ ਨਹੀਂ ਖਾਂਦੀ। ਪਹਿਲੀ ਗੱਲ ਮਿਲਦੀ ਨਹੀਂ, ਜੇ ਚੋਰੀ ਮਿਲਦੀ ਹੈ ਤੇ 4 ਗੁਣਾ ਵੱਧ ਰੇਟਾਂ ਤੇ ਮਿਲਦੀ ਹੈ। ਤੇ ਸਾਰੇ ਜਿੰਨੇ ਮਿਸਤਰੀ, ਜਿੰਨੇ ਮਜ਼ਦੂਰ, ਜਦੋਂ ਕੰਸਟਰਕਸ਼ਨ ਨਹੀਂ ਹੁੰਦੀ ਤੇ ਭੱਠੇ ਵੀ ਬੰਦ ਹੋ ਰਿਹਾ, ਜਿਹੜੀ ਉਹਨਾਂ ਦੇ ਉੱਤੇ ਲੱਖਾਂ ਦੀ ਗਿਣਤੀ 'ਚ ਲੇਬਰ ਆ ਉਹ ਵੀ ਵਿਹਲੀ ਹੋ ਗਈ। ਸੀਮੈਂਟ ਦੀਆਂ ਦੁਕਾਨਾਂ ਤੇ ਜਾ ਕੇ ਪੁੱਛ ਲਓ ਕਿ ਸੀਮੈਂਟ ਨਹੀਂ ਵਿਕਦਾ। ਤੁਸੀਂ ਪੇਂਟ ਵਾਲੀਆਂ ਦੁਕਾਨਾਂ ਤੇ ਜਾ ਕੇ ਪੁੱਛ ਲਓ, ਪੇਂਟ ਨਹੀਂ ਵਿਕਦਾ। ਜਿਹੜੇ ਟਰਾਂਸਪੋਰਟ ਨਾਲ ਜੁੜੇ ਧੰਦੇ ਆ, ਜਿਹੜੇ ਢੋਆ ਢਵਾਈ ਕਰਦੇ ਸੀ, ਉਹਨਾਂ ਦੇ ਨਾਲ ਜਿਹੜੇ ਮਜ਼ਦੂਰ ਜੁੜੇ ਆ, ਜਿਹੜੇ ਬਾਕੀ ਜੁੜੇ ਆ ਕਾਰੋਬਾਰੀ, ਉਹ ਸਾਰੇ ਜਿਹੜੇ ਆ ਉਹਨਾਂ ਨੂੰ ਆਰਥਿਕ ਮੰਦੀ ਸਾਹਮਣਾ ਕਰਨਾ ਪੈਣਾ। ਔਰ ਸਭ ਤੋਂ ਵੱਡੀ ਗੱਲ ਕਿ ਤੁਸੀਂ ਸੀਮੈਂਟ ਦੀਆਂ ਫੈਕਟਰੀਆਂ ਨੂੰ ਪੁੱਛ ਕੇ ਦੇਖੋ ਕਿ ਤੁਹਾਡੀ ਸੇਲ ਦੇ ਵਿੱਚ ਕਿੰਨੀ ਗਿਰਾਵਟ ਆਈ ਆ ਕੰਸਟਰਕਸ਼ਨ ਬੰਦ ਹੋਣ ਕਰਕੇ। ਔਰ ਉਹਦਾ ਜਿੱਥੇ ਪਬਲਿਕ ਨੂੰ ਨੁਕਸਾਨ ਹੋ ਰਿਹਾ, ਉੱਥੇ GST ਜਿਹੜਾ ਸਰਕਾਰ ਨੂੰ ਆਉਣਾ ਸੀ, ਉਹਦੇ ਵਿੱਚ ਬਹੁਤ ਵੱਡੀ ਗਿਰਾਵਟ ਆ ਰਹੀ। ਜਿਹੜਾ ਸੀਮੈਂਟ ਨਹੀਂ ਵਿਕ ਰਿਹਾ, ਜਿਹੜੀ ਉਹਦੇ ਕਰਕੇ GST ਦੇ ਵਿੱਚ ਗਿਰਾਵਟ ਆ ਰਹੀ ਹੈ, ਉਹ ਵੀ ਸਰਕਾਰ ਦਾ ਜਿਹੜਾ ਰੈਵਨਿਊ ਘਟ ਰਿਹਾ। ਜੇ ਇੱਟ ਨਹੀਂ ਵਿਕਦੀ, ਜਿਹੜਾ ਉਹ ਤੋਂ GST ਆਉਣਾ, ਉਹ ਵੀ ਸਰਕਾਰ ਦਾ ਰੈਵਨਿਊ ਘਟ ਰਿਹਾ। ਜੇ ਪੇਂਟ ਨਹੀਂ ਵਿਕਦੇ ਤੇ ਉਹਦੇ ਤੋਂ ਜਿਹੜਾ GST ਲੱਗਣਾ, ਉਹ ਵੀ ਸਰਕਾਰ ਨੂੰ ਘਾਟਾ ਪੈ ਰਿਹਾ। ਸੋ ਜਦੋਂ ਅਰਬਾਂ ਰੁਪਏ ਦੀ ਸੇਲ ਘਟ ਰਹੀ ਆ ਤੇ ਸਰਕਾਰ ਨੂੰ ਉਹਦੇ ਨਾਲ ਜਿਹੜਾ ਹੈਗਾ ਐਡਾ ਵੱਡਾ ਰੈਵਨਿਊ ਦਾ ਲਾਸ ਹੋ ਰਿਹਾ, ਤੇ ਇਹਨਾਂ ਦੇ ਤੁਸੀਂ ਪਾਲਿਸੀ ਬਣਾ ਕੇ ਰੈਵਨਿਊ ਰੇਟਾਂ ਤੋਂ ਰਿਕਵਰ ਨਹੀਂ ਕਰਨਾ, ਜਿੰਨਾ ਤੁਸੀਂ ਪੰਜਾਬ ਦੇ ਖਜ਼ਾਨੇ ਨੂੰ ਜਿਹੜੀ ਹੈ ਉਹ ਮਾਰ ਦਿੱਤੀ। ਇਹਦਾ ਅਸਰ ਕਿਹਦੇ ਉੱਤੇ ਪੈ ਰਿਹਾ ਕਿ ਕਰਜ਼ਾ ਜਿਹੜਾ ਤੁਸੀਂ ਹੈ 40 ਦਿਨਾਂ ਦੇ ਵਿੱਚ, 50 ਦਿਨਾਂ ਦੇ ਵਿੱਚ 7000 ਕਰੋੜ ਜਿਹੜਾ ਉਹ ਚੁੱਕਿਆ, ਇਸ ਕਰਕੇ ਕਿਉਂਕਿ ਜਿਹੜੇ ਰੈਵਨਿਊ ਦੇ ਤੁਹਾਡੇ ਸੋਰਸਸ ਆ, ਉਹ ਤੁਹਾਡੀ ਨਾ ਅਹਿਲੀਅਤ ਕਰਕੇ, ਤੁਹਾਡੀ ਜਿਹੜੀ ਕਮੀ ਹੈ ਬਹੁਤ ਵੱਡੀ ਕਿ ਤੁਸੀਂ ਪਾਲਿਸੀ ਨਹੀਂ ਬਣਾ ਸਕੇ, ਉਹਦੇ ਕਰਕੇ ਜਿਹੜੀ ਹੈ ਸਟੇਟ ਇੱਕ ਪਾਸੇ ਸਟੇਟ ਦਾ ਰੈਵਨਿਊ ਸਫਰ ਕਰ ਰਿਹਾ, ਦੂਜੇ ਪਾਸੇ ਲੋਕੀ ਜਿਨ੍ਹਾਂ ਨੇ ਘਰ ਜਾਂ ਬਾਕੀ ਕੋਈ ਕਮਰਸ਼ੀਅਲ ਚੀਜ਼ਾਂ ਬਣਾਉਣੀਆਂ, ਉਹਨਾਂ ਦੀ ਕਾਰੋਬਾਰ ਰੁਕੇ ਪਏ ਆ। ਔਰ ਉੱਥੇ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੇ ਮਿਹਨਤਕਸ਼ ਲੋਕੀ ਆ, ਉਹਨਾਂ ਦੇ ਨਾਲ ਜਿਹੜਾ ਜੁੜਿਆ ਸਾਰਾ ਕੰਮ ਹੈ, ਉਹ ਸਾਰੇ ਦਾ ਸਾਰਾ ਜਿਹੜਾ
ਉਹ ਬੰਦ ਹੋਣ ਕਰਕੇ ਅੱਗੋਂ ਬਰਸਾਤਾਂ ਆ ਜਾਣੀਆਂ, ਫਿਰ ਵੈਸੇ ਕੰਸਟਰਕਸ਼ਨ ਦਾ ਸਪੀਡ ਘਟ ਜਾਂਦੀ ਹੈ। ਤੇ ਦੱਸੋ ਉਹ ਲੋਕੀ ਜਿਹੜੇ ਤਾਲੇ ਮਿਸਤਰੀ ਮਜ਼ਦੂਰ ਆ, ਜੇ ਉਹਨਾਂ ਵਾਸਤੇ ਕਰੋਨਾ ਨਹੀਂ ਹੈ ਸਰਕਾਰ ਤਾਂ ਹੋਰ ਕੀ ਹੈ। ਜਿੰਨੀ ਮਾਰ ਕਰੋਨਾ ਦੇ ਵਿੱਚ ਪਈ ਸੀ ਉਦੋਂ ਵੱਧ ਮਾਰ ਉਹਨਾਂ ਸਾਰੇ ਲੋਕਾਂ ਨੂੰ ਜਿਹੜੀ ਆ ਇਸ ਸਰਕਾਰ ਦੇ ਟਾਈਮ ਦੇ ਉੱਤੇ ਪਈ ਹੈ। ਇਸ ਕਰਕੇ ਮੈਂ ਭਗਵੰਤ ਮਾਨ ਜੀ ਨੂੰ ਬੇਨਤੀ ਕਰਦਾ ਕਿ ਲਿਆਓ ਹੁਣ ਕੱਢੋ ਪਾਲਿਸੀ, ਜਿਹੜਾ ਸੱਪ ਕੱਢਣਾ ਕੱਢੋ। ਹੁਣ 50 ਦਿਨਾਂ 'ਚ ਏਡੇ ਏਡੇ ਵੱਡੇ ਕਹਿੰਦੇ ਦਿਮਾਗ ਸੀ ਦਿੱਲੀ ਦੇ, ਤੇ MOU ਦਾ ਬਣਾਤਾ ਉਹਨਾਂ ਨੇ ਜਿਹੜਾ ਹੇਰਾਫੇਰੀ ਕਰਨ ਵਾਸਤੇ ਵੀ ਇੱਥੇ ਅਫਸਰ ਭੇਜਣ ਵਾਸਤੇ। ਤੇ ਜਿਹੜਾ ਅਸਲੀ ਸੂਬੇ ਦਾ ਕੰਮ ਜਿਹਨੂੰ ਤੁਸੀਂ ਮੇਨ ਇਲੈਕਸ਼ਨ ਇਸ਼ੂ ਬਣਾਇਆ ਸੀ, ਅੱਜ ਸਾਰੇ ਚੁੱਪ ਹੈ ਵੀ ਕਿਤੇ ਕਿਤੇ ਕੋਈ ਪਾਲਿਸੀ ਨਹੀਂ, ਕਿਤੇ ਲਿਕਰ ਦੀ ਕੋਈ ਪਾਲਿਸੀ ਨਹੀਂ, ਕਿਤੇ ਦੂਜੇ ਦੀ ਕੋਈ ਪਾਲਿਸੀ ਨਹੀਂ। ਇਸ ਕਰਕੇ ਇਹਨਾਂ ਦਾ ਫੇਲਰ ਹੈ ਬਹੁਤ ਵੱਡਾ ਕਿ ਇੰਨੇ ਦਿਨ ਸਰਕਾਰ ਬਣਨ ਤੋਂ ਬਾਅਦ ਇਹ ਜਿਹੜਾ ਐਡਾ ਮਹੱਤਵਪੂਰਨ ਕੰਮ ਸੀ ਉਹ ਨਹੀਂ ਕਰ ਸਕੇ। ਮੈਂ ਇਹਨਾਂ ਨੂੰ ਬੇਨਤੀ ਕਰਦਾ ਕਿ ਹੁਣ ਲੋਕਾਂ ਨੇ ਫਤਵਾ ਦਿੱਤਾ, ਪਰਫਾਰਮ ਕਰੋ। ਆਹ ਡਰਾਮੇ ਬੰਦ ਕਰੋ ਜਿਹੜੇ ਕੱਲ ਦਿੱਲੀ ਜਾ ਕੇ ਕੀਤਾ ਤੇ ਦੂਜਾ ਜਾ ਕੇ ਕੀਤਾ। ਪੰਜਾਬ ਦਾ ਸਮਾਂ ਖਰਾਬ ਕਰੋ। ਜਿਹੜਾ ਤੁਹਾਡਾ ਕੰਮ ਹੈ ਕਰਨ ਵਾਲਾ ਉਹ ਕੰਮ ਕਰੋ। ਔਰ ਮੈਂ ਉਮੀਦ ਕਰਦਾ ਕਿ ਇਹਨਾਂ ਦੋਨਾਂ ਗੱਲਾਂ ਦਾ ਜ਼ਰੂਰ ਜਵਾਬ ਜਿਹੜਾ ਸਰਕਾਰ ਦੇ। ਹੋਰ ਕੋਈ ਸਵਾਲ? ਓਕੇ ਜੀ, ਥੈਂਕ ਯੂ ਜੀ। ਆ ਜਿਹੜਾ ਇਸ਼ਤਿਹਾਰਬਾਜ਼ੀ ਤੇ ਹੋ ਰਿਹਾ ਨਾ ਜੀ, ਕਰੋੜਾਂ ਰੁਪਏ ਦਾ ਖਰਚਾ, ਇਹਦੀ ਵੀ ਅਸੀਂ ਜਾਣਕਾਰੀ ਮੰਗਾਂਗੇ। ਪਰ ਇੱਕ ਪਾਸੇ ਤਾਂ ਦੇਖੋ 7000 ਕਰੋੜ ਰੁਪਈਆ ਕਰਜ਼ਾ ਲਈ ਬੈਠੇ ਆ ਮਹੀਨੇ 'ਚ, ਇੱਕ ਪਾਸੇ ਕਰੋੜਾਂ ਰੁਪਈਆ ਹੀ ਲਾਤਾ ਇਸ਼ਤਿਹਾਰ ਦੇਣ 'ਚ। ਮਤਲਬ ਪ੍ਰਪੋਜ਼ਲਾਂ ਦੋ ਜੀ, ਕਹਿੰਦੇ ਹੁਣ ਗੁਜਰਾਤ ਵਾਲੇ ਜਾਂ ਤਾਮਿਲਨਾਡੂ ਵਾਲੇ ਕੀ ਪ੍ਰਪੋਜ਼ਲ ਦੇਣਗੇ ਪੰਜਾਬ ਦੇ ਬਜਟ 'ਤੇ, ਉਹਨਾਂ ਦੀ ਲੈਂਗੁਏਜ ਦੇ ਵਿੱਚ ਉਹਨਾਂ ਦੇ ਇਸ਼ਤਿਹਾਰ, ਉਹਨਾਂ ਦੇ ਅਖਬਾਰਾਂ ਵੀ ਦਿੱਤੇ ਜਾ ਰਹੇ ਹਨ। ਓਕੇ ਜੀ, ਥੈਂਕ ਯੂ। ਮੁੱਦਿਆਂ ਨੂੰ ਲੈ ਕੇ ਸਰਕਾਰ ਨੂੰ ਘੇਰਿਆ ਗਿਆ ਹੈ ਔਰ 250 ਰੁਪਏ ਵਾਟ ਚੋਂ ਮੁਆਵਜ਼ੇ ਦੇ ਰੂਪ ਵਿੱਚ ਕਿਸਾਨਾਂ ਨੂੰ ਸਰਕਾਰ ਜਿਹੜਾ ਕਿਸਾਨਾਂ ਨੂੰ ਦੇਵੇ, ਇਹ ਮੰਗ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਰੱਖੀ ਗਈ ਹੈ। ਮੰਗ ਪੱਤਰ ਜਿਹੜਾ ਹੈ 9 ਤਰੀਕ ਨੂੰ ਸੌਂਪੇ ਜਾਣੇ ਨੇ। ਨਾਬਾਰਡ ਵੱਲੋਂ ਸਹਿਕਾਰੀ ਬੈਂਕਾਂ ਨੂੰ ਪੈਸਾ ਦੇਣਾ ਬੰਦ ਕੀਤਾ ਗਿਆ। ਸੋ ਇਹ ਵੱਖ-ਵੱਖ ਮੁੱਦੇ ਨੇ ਜਿਸ ਨੂੰ ਲੈ ਕੇ ਘੇਰਿਆ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ। ਸੋ ਸਰਕਾਰ ਦੇ ਖਿਲਾਫ ਮੋਰਚਾ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਖੋਲਿਆ ਔਰ ਇਸ ਨੂੰ ਲੈ ਕੇ ਹੀ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਸੀ। 9 ਮਈ ਨੂੰ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਵੀ ਇਹਨਾਂ तमाम ਮੁੱਦਿਆਂ ਸੰਬੰਧੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੌਂਪੇ ਜਾਣਗੇ। ਬਿਜਲੀ ਸੰਕਟ, ਕਣਕ ਦੇ ਮੁਆਵਜ਼ੇ ਦੇ ਲਈ ਮੰਗ ਪੱਤਰ ਦਿੱਤਾ ਜਾਏਗਾ। ਵਿਗੜਦੀ ਕਾਨੂੰਨ ਵਿਵਸਥਾ ਤੇ MOU ਦੇ ਮੁੱਦੇ ਤੇ ਵੀ ਮੰਗ ਪੱਤਰ ਜਿਹੜੇ ਨੇ ਉਹ ਸੌਂਪੇ ਜਾਣਗੇ। ਸੋ ਇਸ ਵੇਲੇ ਦੀ ਸੂਬੇ ਦੀ ਕਾਨੂੰਨ ਵਿਵਸਥਾ ਵੀ ਹਾਸ਼ੇ ਤੇ। ਕੁਦਰਤੀ ਆਫਤਾਂ ਦੇ ਚਲਦੇ ਖਰਾਬ ਹੋਈ ਫਸਲ ਦਾ ਹਾਲੇ ਤੱਕ मुआवजा किसानों नहीं मिले, इस को लेके भी सरकार ये व्यक्ति जहां भी हो तो देखा जाए कि इसकी कोई जान का खतरा ना हो, क्योंकि तजेंद्र बग्गा के पिता ने कहा था कि मेरे बेटे की जान को खतरा है, मेरी जान को भी खतरा है। जब फिर वो अपनी कस्टडी में, हमने कोर्ट से रिक्वेस्ट की, कोर्ट ने सर्च वारंट इशू किया। कानून के अनुसार अगर कोई आदमी किडनैप हो जाता है तो पुलिस को सर्च वारंट इशू होता है कि अब जहां भी ये व्यक्ति मिले आप उसको ढूंढकर कोर्ट में पेश करें। तो हमने वो सर्च वारंट एग्जीक्यूट किया, एग्जीक्यूट करके उसको अपनी कस्टडी में लेकर जाके कोर्ट में प्रोड्यूस किया। कोर्ट ने उनको घर जाने के लिए परमिशन दे दी, वो घर चले गए हैं, उनको वहाँ सिक्योरिटी दिल्ली पुलिस ने दी होगी। हमें पंजाब पुलिस ने, मैं बार बार ये बात कह रहा हूँ, कोई इंटीमेशन, कोई जानकारी इस केस के गिरफ्तारी के बारे नहीं दी। गिरफ्तारी के बाद कुछ लोग ने जाकर वहाँ बताया कि हम उसको गिरफ्तार करके ले गए हैं, विच इज़ इलीगल इन द आइज ऑफ लॉ। वो प्लेन कोर्ट में थे, वो सारी बातें बाद में हमारे सामने आएंगी। पर हमारी तरफ से पंजाब पुलिस ने कार्रवाई की वो पूरी तरह कानून की खिलाफ वर्जी में थी। दिल्ली पुलिस ने जो भी कार्रवाई की है वो सुप्रीम कोर्ट की जजमेंट, हाई कोर्ट की जजमेंट, पूर्णतः 101% कानून के अनुसार हमने कार्रवाई की है। और आज जैसे जो सर्च वारंट दिल्ली से लिया गया अदालत से, ये कहा जा रहा है कि वहाँ पर ये नहीं बताया गया कि बग्गा पंजाब पुलिस का यूज है। हमें देखिए, हमने हमारे पास बग्गा के पिताजी ने FIR लॉन्च कराई कि कुछ लोग आए थे, अनजान लोग आए थे और मेरे बेटे को 5 मिनट में घर से पकड़ के ले गए, मेरी मार पिटाई की, मेरे साथ ही व्यवहार किया। उस FIR के बेस पे हमने दिल्ली पुलिस में एप्लीकेशन दी कि भी ऐसे करके उस बच्चे की किडनैपिंग का केस हुआ है, तो कोर्ट ने समन इशू कर दिया। और दूसरी बात, अगर मान लीजिए कोई ऐसी इरेगुलरिटी उनको लगता है तो दिल्ली के दरवाजे सबके लिए खुले हैं, वो जाके दिल्ली की कोर्ट में एप्लीकेशन दे। यहाँ पर जो पिटीशन कल हुई थी, मैं फिर स्पष्ट कर रहा हूँ, कल की जो पिटीशन थी वो सिर्फ ये थी कि हरियाणा पुलिस ने 4-5 पंजाब के पुलिस ऑफिसर्स को कुरुक्षेत्र में डिटेन किया हुआ है, उनको रिलीज किया जाए। इतनी सी बात थी। ना तजेंद्र बग्गे का उसमें कोई मेंशन था, ना दिल्ली पुलिस उसमें कोई पार्टी थी, ना उसकी अरेस्ट करने का कोई मामला था। अब ये उस एप्लीकेशन से आगे बढ़ा के कुछ करना चाहें,
वो कानूनी कार्रवाई है, कानून अपनी कार्रवाई जैन साहब एक लास्ट सवाल बड़ा टेक्निकल है। कल भी पंजाब सरकार की एप्लीकेशन थी हैबियस कॉर्पस की, क्या उसमें बग्गा का जिक्र था? उसमें बग्गा ना पार्टी है ना बग्गा का जिक्र है कोई, जो मेरी जानकारी जितना मैंने देखा है। लेकिन मैं समझता हूं कि आपकी पिटीशन क्या है। पिटीशन ये है कि जो हमारे पुलिस ऑफिसर्स को हरियाणा पुलिस ने, दिल्ली पुलिस भी नहीं था, हरियाणा पुलिस ने इलीगली डिटेन किया, उनको रिलीज किया जाए। और मैंने कल भी कहा, आज भी मैं कह रहा हूं, हमने कल लिख के भी माननीय कोर्ट को कहा है, हरियाणा सरकार ने भी कल कहा है, दिल्ली पुलिस ने, फिर दोबारा कह रहा हूं, किसी पंजाब पुलिस के अधिकारी को डिटेन नहीं किया, गिरफ्तार नहीं किया। और जो एफआईआर लॉन्च हुआ वो भी पंजाब पुलिस के ऑफिसर्स के किसी के खिलाफ नहीं है, वो अज्ञात व्यक्तियों के खिलाफ है। थे जो बच्चे को उठाकर ले गए हैं वो कौन है? जब सुप्रीम कोर्ट की डायरेक्शन है, पुलिस अगर किसी को गिरफ्तार करने जाए दूसरे राज्य में, हम फेडरल स्ट्रक्चर में हैं, आज ये दिल्ली में हुआ पंजाब वालों का, कल को तमिलनाडु में हो सकता है, यूपी में हो सकता है, मणिपुर में हो सकता है। सुप्रीम कोर्ट ये कहता है कि अगर एक राज्य की पुलिस दूसरे राज्य में किसी को भी गिरफ्तार करने जाती है, पुलिस यूनिफॉर्म में जाए, वहां की पुलिस को इन्फॉर्म करे, वहां की पुलिस को साथ लेकर जाए, कौन सा एफआईआर है, किस नंबर है, किस में अरेस्ट कर रहे हैं ये बताए, वहां से कोर्ट से ट्रांजिट रिमांड ले उसका, और रिमांड लेने के बाद वो लेकर आए। अगर मान लो पुलिस कोऑपरेट नहीं करती, जैसा पंजाब के कल कुछ लोगों ने इल्जाम लगाया कि दिल्ली पुलिस कोऑपरेट नहीं कर रही थी, कानून में उसका भी प्रावधान है। उसके लिए फिर आपको, जैसे हम सर्च वारंट के लिए कोर्ट में गए हैं, उनको एक एप्लीकेशन कोर्ट में देनी होती है कि ऐसे करके हम इसको गिरफ्तार करना चाहते हैं, आपके एरिया में रह रहा है, पुलिस कोऑपरेट नहीं कर रही, हमें उसको अरेस्ट करने की, अपनी कस्टडी में लेने की और ट्रांजिट हमको परमिशन दी जाए। इन्होंने तो सारी नियमों की धज्जियां उठाकर ऐसे, जैसे भी वहां से, जो मैंने कल कहा था, जैसे ये तेजिंदर बग्गा ना होकर कोई शोले फिल्म का गब्बर सिंह है कि जैसे मर्जी उसको पकड़ो और गाड़ी में डाल के ले आओ, और हिंदुस्तान और हरियाणा का, पंजाब का कोई कानून कुछ नहीं होगा। कल हमने कानून के अनुसार कार्रवाई की है, पंजाब सरकार ने कानून की उल्लंघना की। लास्ट सवाल जैन साहब, अब मंगलवार को क्या होगा? मंगलवार को आगे सुनवाई होगी। हमारे मुताबिक तो वो पिटीशन इनफेक्चुअस हो गई है। पिटीशन ये थी कि इनको रिलीज करो, वो डिटेन में थे ही नहीं, वो रिलीज हो गए, और मेरी जानकारी है वो सारे अपने अपने घर को चले गए हैं। इसलिए उस कायदे से लगते नहीं। जो आज 2 एप्लीकेशन ये मूव कर रहे हैं, वो जब नोटिस आएगा तो उसका हम जवाब देंगे। दिल्ली कोर्ट की जो सीसीटीवी फुटेज है, हमें कोई दिक्कत नहीं है, जब भी जो भी देखना चाहे जाके देख लें वहाँ। लेकिन दिल्ली कोर्ट में, दिल्ली के डिस्ट्रिक्ट पुलिस स्टेशन में या जगह पर जो सीसीटीवी कैमरे हैं, उनके संबंध में जो भी आदेश देना दिल्ली में जाए। जिस कोर्ट में हमने बग्गा को पेश किया उस कोर्ट में एप्लीकेशन दें, डिस्ट्रिक्ट कोर्ट में दिल्ली में दें। अगर वो किसी आदमी को पकड़ने के लिए गैर कानूनी तरीके से दिल्ली जा सकते हैं, तो कानूनी तरीके से अदालत में जाने से उनको कौन रोकता है? सारी पूरी टीम है, वो करें वहाँ। दिल्ली पुलिस ने पंजाब पुलिस कर्मियों पर भी मामला दर्ज किया है, उसमें कई नॉन बेलेबल धाराएं जो है वो लगाई गई हैं। क्या दिल्ली पुलिस उन पुलिस कर्मियों पर कोई कार्रवाई करेगी? मैं फिर कह रहा हूँ, फिर दोबारा सुन लीजिए, मैंने पहले भी कहा, दिल्ली पुलिस ने पंजाब पुलिस के किसी ऑफिसर के खिलाफ, पुलिस ऑफिसर के खिलाफ किसी धारा में कोई केस दर्ज नहीं किया है। जो एफआईआर लॉन्च हुआ है वो अज्ञात व्यक्तियों के खिलाफ, उसमें कोई नेम नहीं है। अज्ञात व्यक्तियों के खिलाफ एफआईआर दर्ज हुआ है, बरामदगी किनसे हुई है, उनके खिलाफ कार्रवाई होगी? हमने उनको कल दोपहर को 3 बजे लिया, दिल्ली ले गए, रात को 10:30-11 बजे उसको रिलीज किया है। आगे की जो कार्रवाई है वो दिल्ली में होगी। यहाँ का तो मामला जितना था वो कार वहां गुजर गया, गुबार देखते रहे। यहाँ का मामला तो हो गया। मूव ਕਰਨ ਦੀ ਗੱਲ ਕੀਤੀ ਹੈ ਤੁਸੀਂ, ਕਿਹਾ ਕਿ ਪੰਜਾਬ ਸਰਕਾਰ ਨੇ 2 ਐਪਲੀਕੇਸ਼ਨਾਂ ਦੀ ਗੱਲ ਕੀਤੀ ਹੈ। ਪਹਿਲੀ ਜਿਹੜੀ ਪਾਰਟੀ ਬਣਾਈ ਜਾਵੇ ਦਿੱਲੀ ਸਰਕਾਰ ਅਤੇ ਕੇਂਦਰ सरकार ਨੂੰ, दूसरी एप्लीकेशन ਦੇ ਵਿੱਚ दूसरी उन्होंने कहा कि जी सीसीटीवी के जो कैमरे हैं कुरुक्षेत्र वाले और दिल्ली वाले भी वो प्रिजर्व किए जाए, ये कहा। अभी तो उन्होंने हमको कॉपी भेजी है, कोर्ट में फाइल होगी, नोटिस आएगा, हम अपना जवाब देंगे उसको, जो भी देना होगा। पर हमारे पास छुपाने के लिए कुछ नहीं है, क्रिस्टल क्लियर है दिल्ली पुलिस का कंडक्ट, सबके सामने है। कोई भी किसी किस्म की ऐसी बात नहीं है कि जाकर हम भी बग्गा को, ऐसा नहीं कि वहां से गाड़ी से उतार के और खींच के ले गए। जो एग्जीक्यूशन वारंट कोर्ट का था वो एसएसपी को दिखाया, उन सबको दिखाया। दिखाने के बाद बकायदा कार्रवाई हुई है। सारी कार्रवाई होने के बाद वो लेकर गए हैं और जज साहब ने ऑर्डर किया। ऐसा नहीं कि हमने ले जाकर उनको छोड़ दिया, दिल्ली के बॉर्डर पे जाओ, जहां जाना जाओ। कचहरी में लेकर गए और जज ने लगभग 11 बजे के आसपास, रात को 10:30-11 बजे उनके घर पेश किया। पेश करने के बाद जज साहब ने बकायदा ऑर्डर पास किया है और उस आदमी को घर जाने दिया। उसका मेडिकल भी हुआ है, जिसमें उस पर मेडिकल पे थोड़े बहुत चोटों के निशान कहीं कहीं आए हैं, पर वो अलग विषय है, वो यहाँ का विषय नहीं है, वो दिल्ली में मामला चलेगा। आपके अकॉर्डिंग जैन साहब इनफेक्चुअस हो गई है पिटीशन अकॉर्डिंग टू दिल्ली पुलिस, लेकिन पंजाब का इस पर क्या रुख है? नहीं, पंजाब वाले तो आज भी, अब पता नहीं उनके कोई वकील आए थे, बाई चांस आज सुनाई हो नहीं पाई। पंजाब का क्या रुख है वो तो मंगलवार को पता लगेगा। लेकिन लगता मुझे वही है ना, कारवां गुजर गया, गुबार देखते रहे। ਸੋ ਦੱਸ ਦੇ ਕਿ ਬੱਗਾ ਦੀ ਗ੍ਰਿਫਤਾਰੀ
लेकिन पंजाब सरकार दे वालों नवी एप्लीकेशन भी पाई गई ने। मेरे नाल पुनीत बाली जी मौजूद ने, गलबात करते हैं। बाली साहब, अज हाई कोर्ट दे विच सिंपल एडजर्न हो गया, लेकिन एप्लीकेशन थोड़े वालों पाई गई। देखो, बड़ी अजीब जी गल है, साडे पुलिस परसन नूं जिहड़े ऑफिशियल ड्यूटी च गए ने, दिल्ली पुलिस ने और हरियाणा पुलिस ने घੱਟ ਤੋਂ घੱਟ 6 या 7 घंटे डिटेन करके रखे है, जिहड़ी अपनी ड्यूटी निभान गए ने। पंजाब स्टेट वाज फोर्स्ड टू फाइल दी हेबियस कॉर्पस पटिशन, ਆਪਾਂ ਫਾਈਲ ਕੀਤੀ ਹੈ। ਹੁਣ ਜਵਾਬ ਇਹ ਦਿੰਦੇ ਨੇ ਕਿ ਆਪਾਂ ਤਾਂ ਫੜਿਆ ਹੀ ਕਿਸੇ ਨੂੰ ਕੁਝ ਨਹੀਂ ਹੈ, ਆਪਾਂ ਤਾਂ ਡਿਟੇਨ ਹੀ ਕਿਸੇ ਨੂੰ ਕੁਝ ਨਹੀਂ ਕੀਤਾ। ਤੇ ਆਪਾਂ ਇਹ ਕਿਹਾ ਹੈ ਕਿ ਜਿਹੜੇ ਸੀਸੀਟੀਵੀ ਦੇ ਰਿਕਾਰਡਿੰਗ ਹੈਗੀ, ਜਿਹੜੇ ਤੁਹਾਡੇ ਥਾਣੇ ਦੀ ਜਿਹੜੇ ਮੇਰੇ ਪੁਲਿਸ ਆਫੀਸਰਸ ਨੂੰ ਤੁਸੀਂ ਉੱਤੇ ਬਿਠਾ ਕੇ ਰੱਖਿਆ ਹੈ, ਉਹ ਪ੍ਰੀਜ਼ਰਵ ਕੀਤੀ ਜਾਣ, ਕਿਉਂਕਿ ਸਾਡੇ ਕੋਲ ਆਪਣੀ ਰਿਕਾਰਡਿੰਗਸ ਵੀ ਹੈਗੀਆਂ ਨੇ। ਆਪਾਂ ਕੋਰਟ ਨੂੰ ਦਿਖਾਵਾਂਗੇ ਕਿ ਇਹਨਾਂ ਦਾ ਸਟੈਂਡ ਐਫੀਡੇਵਿਟ ਬਿਲਕੁਲ ਗਲਤ ਹੈ ਤੇ ਸਖਤ ਤੋਂ ਸਖਤ ਕਾਰਵਾਈ ਦੀ ਜ਼ਰੂਰ ਆਪਾਂ ਮੰਗ ਕਰਾਂਗੇ ਕੋਰਟ। ਹੁਣ ਕੀ ਸਟੇਟਸ ਹੈਗਾ ਜਿਹੜੇ ਪੰਜਾਬ ਪੁਲਿਸ ਦੇ ਅਫੀਸ਼ੀਅਲਸ ਨੇ, ਕਿਉਂਕਿ ਦਿੱਲੀ ਪੁਲਿਸ ਕਹਿ ਚੁੱਕੀ ਹੈ, ਹਰਿਆਣਾ ਕਹਿ ਚੁੱਕੀ ਹੈ ਕਿ ਸਾਡੇ ਕੋਲ ਕਿਸੇ ਦੀ ਕਸਟਡੀ ਨਹੀਂ ਹੈ, ਤੇ ਉਹ ਵਾਪਸ ਆ ਚੁੱਕੇ ਨੇ? ਬਿਲਕੁਲ ਆ ਚੁੱਕੇ ਨੇ ਜੀ ਵਾਪਸ। ਔਰ ਯਾਚਿਕਾ ਨਾ ਫਾਈਲ ਹੁੰਦੀ ਤਾਂ ਮੈਂ ਤਾਂ ਵੀ ਡੂ ਨਾਟ ਨੋ ਵਾਟ ਵੁੱਡ ਹੈਵ ਬੀਨ ਦ ਫੇਟ ਆਫ ਆਰ ਅਫੀਸ਼ੀਅਲਸ। See how discouraged the police officials will feel if the other state polices do not cooperate. This is something, ਇਹ ਜਿਹੜਾ ਕੁਝ ਹੋਇਆ ਹੈ ਕੱਲ, ਇਹ ਅੱਜ ਤੱਕ ਕਦੀ ਸੁਣਿਆ ਹੀ ਨਹੀਂ। ਬਿਲਕੁਲ। ਇੱਕ ਹੋਰ ਦਾਅ ਪੇਚ ਜ਼ਰਾ ਲੱਗ ਰਿਹਾ ਕਿ ਹੈਬੀਅਸ ਕਾਰਪਸ ਜਿਹੜੀ ਹੈ ਪੰਜਾਬ ਪੁਲਿਸ ਅਫੀਸ਼ੀਅਲਸ ਲਈ ਪਾਈ ਗਈ ਸੀ, ਲੇਕਿਨ ਤਜਿੰਦਰ ਬੱਗਾ ਦਾ ਉਸ ਦੇ ਵਿੱਚ ਜ਼ਿਕਰ ਨਹੀਂ ਹੈਗਾ। ਸੋ ਕੀ ਤਜਿੰਦਰ ਬੱਗਾ ਦੀ ਕਸਟਡੀ ਲਈ ਕੁਝ ਹੋਰ ਪਾਇਆ ਜਾਏਗਾ? ਜਿਹੜੀ ਉਹਨਾਂ ਦੀ ਮਿਸਟਰ ਬੱਗਾ ਦੀ ਕਸਟਡੀ ਹੈ, ਉਹ ਅਰੈਸਟਡ ਹੈਗੇ ਨੇ ਅੱਜ। ਐਸ ਫਾਰ ਐਸ ਸਟੇਟ ਆਫ ਪੰਜਾਬ ਇਜ਼ ਕੰਸਰਨਡ, ਹੀ ਸਟੈਂਡਸ ਅਰੈਸਟਡ। ਸੋ ਜਿਹੜਾ ਝੂਠ ਸੱਚ ਬੋਲ ਕੇ ਵਾਰੰਟ ਲਿੱਤਾ ਗਿਆ ਹੈ ਦਿੱਲੀ ਕੋਰਟ ਤੋਂ, ਉਹਨੂੰ ਕੰਟੈਸਟ ਕਰਾਂਗੇ ਔਰ ਕਾਨੂੰਨ ਦੇ ਹਿਸਾਬ ਨਾਲ ਜੋ ਵੀ ਕਾਰਵਾਈ ਮਿਸਟਰ ਬੱਗਾ ਦੇ ਖਿਲਾਫ ਹੋਏਗੀ ਉਹ ਜ਼ਰੂਰ ਕੀਤੀ ਜਾਏਗੀ। ਹੁਣ ਲੀਗਲ ਕਸਟਡੀ ਦੀ ਜਿਹੜੀ ਗੱਲ ਹੈਗੀ ਆ, ਉਸ ਦੇ ਲਈ ਕੁਝ ਕੀਤਾ ਜਾਏਗਾ? ਕੁਝ ਐਪਲੀਕੇਸ਼ਨਸ ਮੂਵ ਹੋਣਗੀਆਂ, ਦਿੱਲੀ ਜਾਓਗੇ? ਕਾਰਪਸ ਦੀ ਪਟੀਸ਼ਨ ਹੈ, ਹੁਣ ਅੱਗੇ ਸਾਡੀ ਜਿਹੜੀ ਲੀਗਲ ਟੀਮ ਹੈ ਔਰ ਐਡਵੋਕੇਟ ਜਨਰਲ ਸਾਹਿਬ ਜੋ ਡਿਸਾਈਡ ਕਰਨਗੇ, ਉਸ ਦੇ ਹਿਸਾਬ ਨਾਲ ਜਿਹੜੀ ਅੱਗੇ ਕਾਰਵਾਈ ਹੋਏਗੀ ਉਹ ਕੀਤੀ ਜਾਵੇਗੀ। ਬਹੁਤ ਬਹੁਤ ਸ਼ੁਕਰੀਆ। ਸੋ ਬਿਲਕੁਲ ਮੰਗਲਵਾਰ ਨੂੰ ਇਸ ਮਾਮਲੇ ਦੀ ਸੁਣਵਾਈ ਜਿਹੜੀ ਹੈਗੀ ਆ ਉਹ ਹੋਣ ਜਾ ਰਹੀ ਹੈ। ਮਾਮਲਾ ਐਡਜਰਨ ਹੋ ਗਿਆ ਅੱਜ, ਲੇਕਿਨ ਮੰਗਲਵਾਰ ਨੂੰ ਇੱਕ ਹੋਰ ਇੰਪੋਰਟੈਂਟ ਸੁਣਵਾਈ ਹੈਗੀ ਆ, ਉਹ ਹੈਗੀ ਹੈ ਤਜਿੰਦਰ ਬੱਗਾ ਨੇ ਜਿਹੜੀ FIR ਕੁਐਸ਼ਿੰਗ ਯਾਨੀ ਕਿ ਰੱਦ ਕਰਨ ਦੀ ਯਾਚਿਕਾ ਪਾਈ ਹੋਈ ਹੈ, ਉਸ ਦੇ ਉੱਤੇ ਸੁਣਵਾਈ ਵੀ ਹੋਣੀ ਹੈ ਔਰ ਇਹ ਵਾਲੀ ਯਾਚਿਕਾ ਜਿਹੜੀ ਉਸ ਦੀ ਸੁਣਵਾਈ ਵੀ ਹੋਣੀ ਹੈ। ਸੋ ਇਹ ਦੇਖਣਾ ਰਹੇਗਾ ਕਿ ਮੰਗਲਵਾਰ ਨੂੰ ਹੁਣ ਕੀ ਕੁਝ ਹੁੰਦਾ ਹੈਗਾ। ਬਹਰਹਾਲ ਪੰਜਾਬ ਪੁਲਿਸ ਜਿਹੜੀ ਹੈਗੀ ਹੈ ਬਾਰ-ਬਾਰ ਕਹਿ ਰਹੀ ਹੈ ਕਿ ਤਜਿੰਦਰ ਬੱਗਾ ਪੰਜਾਬ ਸਰਕਾਰ ਦਾ, ਪੰਜਾਬ ਪੁਲਿਸ ਦਾ ਅਕਿਊਜ਼ ਹੈਗਾ। ਦਿੱਲੀ ਪੁਲਿਸ ਕਹਿ ਚੁੱਕੀ ਹੈ, ਹਰਿਆਣਾ ਪੁਲਿਸ ਕਹਿ ਚੁੱਕੀ ਹੈ, ਪੰਜਾਬ ਅਫੀਸ਼ੀਅਲ ਦੀ ਕਿਸੇ ਦੀ ਕਸਟਡੀ ਨਹੀਂ ਹੈਗੀ ਔਰ ਨਵੀਂ ਐਪਲੀਕੇਸ਼ਨ ਹੁਣ ਪਾ ਦਿੱਤੀ ਗਈ ਹੈ। ਦੇਖਣਾ ਰਹੇਗਾ ਕਿ ਕੁਝ ਹੋਵੇਗਾ। ਬਹਰਹਾਲ ਮੰਗਲਵਾਰ ਤੱਕ ਇਸ ਮਾਮਲੇ ਦੀ ਸੁਣਵਾਈ ਜਿਹੜੀ ਹੈ ਸਥਗਿਤ ਕਰ ਦਿੱਤੀ ਗਈ ਹੈ। ਕੈਮਰਾ ਪਰਸਨ ਸੁਮਿਤ ਕਲੇਰ ਦੇ ਨਾਲ ਨੇਹਾ ਸ਼ਰਮਾ, PTC ਨਿਊਜ਼, ਚੰਡੀਗੜ੍ਹ। ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਬੱਗਾ